ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਖਬਰ ਤੇ ਨਜ਼ਰ। ਅੱਜ 30 ਮਾਰਚ ਦਿਨ ਹੈਗਾ ਆ ਜੀ ਬੁੱਧਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-00503। ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੀ ਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਸੈਂਟਾਨੇਲਾ 'ਚ ਇਹਨਾਂ ਦੀ ਲੋਕੇਸ਼ਨ ਹੈ। ਨਵੇਂ ਪੁਰਾਣੇ ਟਾਇਰ ਇਹਨਾਂ ਤੋਂ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਕਾਲ ਨਿੰਮਾ ਸੋਹਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਜੀਤ ਅਟਵਾਲ 5593744541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਸਾਰੇ ਜਾਣੇ ਹੁਣ ਤਕਰੀਬਨ ਵਾਕਫ ਹੀ ਹੋਣਗੇ। ਅਰਵਿੰਦ ਕੇਜਰੀਵਾਲ ਹੁਣਾਂ ਦੇ ਜਿਹੜੇ ਨਿਵਾਸ ਦੇ ਉੱਤੇ ਹਮਲਾ ਹੋਇਆ। ਮਨੀਸ਼ ਸਿਸੋਦੀਆ ਹੁਣਾਂ ਦਾ ਬਿਆਨ ਆਇਆ, ਕਹਿੰਦੇ ਭਾਜਪਾ ਅਰਵਿੰਦ ਕੇਜਰੀਵਾਲ ਨੂੰ ਮਰਵਾਉਣਾ ਚਾਹੁੰਦੀ ਆ। ਹਾਂਜੀ, ਦੇਖੋ, ਇਹ ਅੱਜ ਦਾ ਸਭ ਤੋਂ ਵੱਡਾ ਪੋਲੀਟੀਕਲ ਇਵੈਂਟ ਕਹਿ ਸਕਦੇ ਹਾਂ। ਦਰਅਸਲ ਮਸਲਾ ਕੀ ਆ, ਉਸ ਮਸਲੇ ਨੂੰ ਸਮਝਣ ਦੀ ਜ਼ਰੂਰਤ ਹੈ। ਇੱਥੇ ਇੱਕ ਫਿਲਮ ਹੈ ਰਿਲੀਜ਼ ਹੋਈ, ਕਸ਼ਮੀਰ ਫਾਈਲਸ। ਕਸ਼ਮੀਰ ਫਾਈਲਸ ਦੇ ਵਿੱਚੋਂ ਇਹ ਦਿੱਲੀ ਫਾਈਲਸ ਨਿਕਲ ਆਈ ਹੈ ਜੀ। ਤਾਂ ਉਹ ਹੁਣ ਵੈਸੇ ਤੇ ਫਿਲਮ ਆਉਣੀ ਆ, ਦਿੱਲੀ ਫਾਈਲਸ ਵੀ ਆ ਰਹੀ ਆ, ਬੜੀਆਂ ਫਿਲਮਾਂ ਆਉਣਗੀਆਂ ਅੱਗੇ। ਇੱਕ ਦਿਨ ਆਪਾਂ ਗੱਲ ਕਰਦੇ ਸੀ, ਮੈਂ ਕਿਹਾ ਸੀਗਾ ਕਿ ਇਹ ਤੇ ਬਿਲਕੁਲ ਉਹ ਜਿਹੜੀ ਹੈਗੀ ਸੀਗੀ ਨਾ ਨਾਜ਼ੀਸ਼ਾਹੀ, ਉਹ ਠੀਕ ਉਸੇ ਤਰ੍ਹਾਂ ਦਾ ਹੀ ਇੱਕ ਦੌਰ ਸਾਨੂੰ ਵਿਖਾਲੀ ਦਿੰਦਾ ਜਦੋਂ ਹਿਟਲਰ ਨੇ ਪੂਰਾ ਜ਼ੋਰ ਲਾ ਕੇ ਫਿਲਮਾਂ ਬਣਾਈਆਂ ਸਨ। ਇਸ ਵੇਲੇ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਉਹ ਇਸ ਤਰ੍ਹਾਂ ਬਣ ਰਹੀਆਂ ਜਿਵੇਂ ਖਾਸ ਜ਼ੋਰ ਦਿੱਤਾ ਜਾ ਰਿਹਾ ਹੋਵੇ। ਮਤਲਬ ਦਿੱਲੀ ਫਾਈਲਸ, ਫਿਰ ਉੱਤੋਂ ਸ਼ੇਰ ਸਿੰਘ ਰਾਣਾ ਵੀ ਆ ਰਹੀ ਹੈ, ਜਿਹਨੇ ਫੂਲਣ ਦੇਵੀ ਨੂੰ ਮਾਰਿਆ ਸੀ। ਦੇਖੋ ਬਣਦਾ ਕੀ ਪਿਆ ਵਾ। ਖੈਰ, ਇਸ ਦੌਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਆਮ ਵਿਖਾਲੀ ਦਿੰਦੀਆਂ ਨੇ। ਮਸਲਾ ਇਹ ਹੋਇਆ ਕਿ ਸ਼ਾਇਦ ਇੱਥੋਂ ਪਿੱਛਾ ਪਿਆ ਵਾ ਕਿ ਕਸ਼ਮੀਰ ਫਾਈਲਸ ਨੂੰ ਦਿੱਲੀ ਦੇ ਵਿੱਚ ਵੀ ਟੈਕਸ ਫ੍ਰੀ ਕਰ ਦਿੱਤਾ ਜਾਵੇ, ਕਿਉਂਕਿ ਇਹ ਵੀ ਇੱਕ ਤਰ੍ਹਾਂ ਨਾਲ ਹੁਣ ਦੇਸ਼ ਭਗਤੀ ਦਾ ਸਰਟੀਫਿਕੇਟ ਹੈ ਨਾ, ਕਿ ਜੇ ਤੁਸੀਂ ਮਤਲਬ ਕਿ ਇਹਨੂੰ ਟੈਕਸ ਫ੍ਰੀ ਕਰ ਦਿਓ ਤਾਂ ਤੁਸੀਂ ਦੇਸ਼ ਭਗਤ ਹੋ, ਅਦਰਵਾਈਜ਼ ਭਾਈ ਤੁਸੀਂ ਦੇਸ਼ ਵਿਰੋਧੀ ਆ, ਕਿਉਂਕਿ ਕਹਿਣਾ ਹੀ ਆ, ਇਹਨਾਂ ਨੇ ਕਹਿਣਾ ਹੀ ਆ। ਸੋ ਅਰਵਿੰਦ ਕੇਜਰੀਵਾਲ ਨੇ ਕਿਤੇ ਕਹਿ ਦਿੱਤਾ ਸੀਗਾ, ਇਹ ਹੁਣ ਪਤਾ ਨਹੀਂ, ਮੈਂ ਸੁਣਿਆ ਨਹੀਂ, ਖਬਰਾਂ ਦੇ ਵਿੱਚ ਹੀ ਆ ਰਿਹਾ, ਕਹਿ ਦਿੱਤਾ ਕਿ ਇਸ ਫਿਲਮ ਨੂੰ YouTube ਤੇ ਪਾ ਦੇਣਾ ਚਾਹੀਦਾ। ਦੇਖੋ ਗੱਲ ਕਿ ਮੈਂ ਹੈਰਾਨ ਆ ਕਿ ਕੀ ਅੱਜ ਦੇ ਦੌਰ ਦੇ ਵਿੱਚ ਬੈਂਡਟ ਕੁਈਨ ਬਣ ਸਕਦੀ ਸੀ? ਮੈਨੂੰ ਨਹੀਂ ਲੱਗਦਾ ਕਿ ਫੂਲਣ ਦੇਵੀ ਦੀ ਬਾਇਓਗ੍ਰਾਫੀ ਬਣ ਸਕਦੀ ਸੀ। ਹਾਲਾਂਕਿ ਚਲੋ ਜੇ ਫੂਲਣ ਦੇਵੀ ਦੀ ਬਣੀ ਆ, ਸ਼ੇਰ ਸਿੰਘ ਰਾਣਾ ਦੀ ਵੀ ਬਣ ਜਾਵੇ, ਕੋਈ ਵੱਡੀ ਗੱਲ ਨਹੀਂ ਹੈ, ਆਪਾਂ ਰੋਕ ਨਹੀਂ ਸਕਦੇ। ਪਰੰਤੂ ਤੁਸੀਂ ਸੋਚ ਕੇ ਵੇਖੋ ਕਿ ਜੇ ਕਿਸੇ ਨੇ ਹਿੰਮਤ ਕਰਨੀ ਹੋਵੇ, ਕੀ ਬਣ ਜੂਗੀ ਦੁਬਾਰਾ ਹੁਣ ਬੈਂਡਟ ਕੁਈਨ ਬਣ ਦੇਣਗੇ? ਨਹੀਂ, ਮੁਸ਼ਕਲ ਆ। ਸੋ ਇਸ ਕਰਕੇ ਜਿਵੇਂ ਜਿਵੇਂ ਅਸੀਂ ਅੱਗੇ ਆਏ ਸਮੇਂ ਦੇ ਤੌਰ ਤੇ ਤਾਂ ਸਾਡੇ ਦੇਸ਼ ਦੇ ਵਿੱਚ ਬਹੁਤ ਕੁਝ ਬਦਲਦਾ ਗਿਆ। ਅੱਜ ਐਸਾ ਮਾਹੌਲ ਬਣ ਗਿਆ ਵਾ ਕਿ ਜੇ ਕੋਈ ਇਸ ਤਰ੍ਹਾਂ ਵਿਚਾਰ ਦਿੰਦਾ, ਆਪਣਾ ਮਸਲਾ ਤੇ ਇੱਕ ਵਿਚਾਰ ਦਾ ਹੀ ਆ ਨਾ, ਤਾਂ ਉਹਨੂੰ ਹੁਣ ਇਸ ਤਰੀਕੇ ਨਾਲ ਲਿਆ ਜਾਂਦਾ ਕਿ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਬੁਰਛਾਗਰਦੀ ਕਰਦੇ ਹੋਏ 150-200 ਬੰਦੇ ਉਹ ਆ ਵੜਦੇ ਆ। ਵੈਸੇ ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਯੁਵਾ ਮੋਰਚਾ ਵਾਲੇ ਆ, ਉਹ ਆ ਜਾਂਦੇ ਆ। ਹਲਕਾ ਜਿਹਾ ਇੱਕ ਬੈਰੀਕੇਡ ਟੁੱਟਦਾ। ਦੇਖੋ ਦੋਵੇਂ ਤਰ੍ਹਾਂ ਇੱਕੋ ਜਿਹੀਆਂ ਨੇ ਇੱਥੇ, ਨਾ ਉਹ ਘਟਿਆ ਤੇ ਨਾ ਉਹ ਘਟਿਆ। ਜੋ ਫੁਟੇਜ ਦੇਖੀ ਆ ਮੈਂ, ਥੋੜੀ ਜਿਹੀ ਕੁਝ ਸੈਕਿੰਡ ਦੀ ਉਹ ਫੁਟੇਜ ਦੇਖੀ ਆ, ਉਹਦੇ ਚ ਜੋ ਨਜ਼ਰ ਆਉਂਦਾ, ਇੱਕ ਮੇਰੇ ਖਿਆਲ ਦੇ ਨਾਲ CCTV ਕੈਮਰਾ ਟੁੱਟਿਆ ਤੇ ਇੱਕ ਬੂਮ ਬੈਰੀਅਰ ਆ, ਜਿਹੜਾ ਕਿ ਤੁਸੀਂ ਜ਼ੋਰ ਨਾਲ ਠੁੱਡਾ ਮਾਰੋ ਤੇ ਮੇਰੇ ਖਿਆਲ ਦੇ ਨਾਲ ਟੁੱਟ ਸਕਦਾ ਹੈ। ਆਹ ਦੋ ਚੀਜ਼ਾਂ ਟੁੱਟਦੀਆਂ ਨਜ਼ਰ ਆ ਰਹੀਆਂ।
ਹਾਲਾਂਕਿ ਫਿਰ ਤੁਰੰਤ ਮੌਕੇ ਤੇ ਪੁਲਿਸ ਜਿਹੜੀ ਉਹ ਐਕਸ਼ਨ ਚਾਹੁੰਦੀ ਆ। ਤਕਰੀਬਨ ਹੁਣ ਤੱਕ ਦੱਸਦੇ ਆ ਕਿ ਕਈ ਦਰਜਨ, ਮਤਲਬ ਕਿ ਕੋਈ 70 ਕਹਿੰਦਾ, ਕੋਈ 80 ਕਹਿੰਦਾ, ਮੈਂ ਕਈ ਦਰਜਨ ਲਾ ਰਿਹਾ ਕਿ ਕਈ ਦਰਜਨ ਗ੍ਰਿਫਤਾਰੀਆਂ ਜਿਹੜੀਆਂ ਹੋ ਸਕਦੀਆਂ, ਕਿਉਂਕਿ ਹਿਰਾਸਤ 'ਚ ਬੰਦੇ ਲੈ ਲਏ ਸੀ। ਹੋ ਸਕਦਾ ਜੀ ਉਹਨਾਂ ਦੀ ਗ੍ਰਿਫਤਾਰੀ ਵੀ ਪੈ ਜਾਵੇ। ਤਾਂ ਗੱਲ ਕੀ ਹੈ ਕਿ ਹੁਣ ਉਹ ਵੀ ਵਧਾ ਚੜਾ ਕੇ ਗੱਲ ਕਰ ਰਹੇ, ਉਹ ਵੀ ਵਧਾ ਚੜਾ ਕੇ ਆ। ਜੇ ਕਿਸੇ ਨੇ ਕਹਿ ਦਿੱਤਾ, ਫਰਜ਼ ਕਰੋ, ਮੰਨ ਲਓ ਤੁਸੀਂ ਕਿਸੇ ਸਟੇਟ ਦੇ ਹੈਡ ਹੋ, ਤੁਹਾਨੂੰ ਇਹ ਕਹਿ ਜਾਂਦਾ ਫਲਾਣੀ ਫਿਲਮ ਦਾ ਟੈਕਸ ਫ੍ਰੀ ਕਰ ਦੇ, ਤੇ ਉਹ ਅੱਗੋਂ ਉੱਠ ਕੇ ਆਖੇ ਕਿ ਯਾਰ ਤੁਹਾਨੂੰ ਜੇ ਇੰਨਾ ਹੀ ਹੈ ਕਿ ਜੇ ਤੁਸੀਂ ਲੋਕਾਂ ਨੂੰ ਇੰਨੀ ਜ਼ਿਆਦਾ ਫਿਲਮ ਦਿਖਾਣੀ ਚਾਹੁੰਦੇ ਹੋ ਤਾਂ ਤੁਸੀਂ YouTube ਤੇ ਰਿਲੀਜ਼ ਕਰ ਦਿਓ, ਹਰੇਕ ਬੰਦਾ ਦੇਖ ਲਏਗਾ। ਤਾਂ ਇਹਦੇ ਵਿੱਚ ਹੁਣ ਕੀ ਕੋਈ ਵੱਡੀ ਗੱਲ ਤੇ ਹੈ ਨਹੀਂ ਗੀ। ਉਹਨੂੰ ਵੀ ਵਧਾ ਚੜਾ ਕੇ ਲਿਆ ਗਿਆ ਕਿ ਹਿੰਦੂ ਵਿਰੋਧੀ ਆ, ਕਸ਼ਮੀਰੀ ਬਾਹਮਣਾਂ ਦਾ ਇਹ ਦਰਦ ਨਹੀਂ ਦੇਖ ਰਿਹਾ, ਕਸ਼ਮੀਰੀ ਪੰਡਤਾਂ ਦੇ ਨਾਲ ਇਹਨੂੰ ਕੋਈ ਹਮਦਰਦੀ ਨਹੀਂ ਹੈ। ਚੱਲ ਪਿਆ ਕੰਮ। ਉਹਨਾਂ ਨੇ ਚੱਕ ਕੇ ਉੱਥੇ ਪੇਂਟ ਦਾ ਡੱਬਾ ਲੈ ਕੇ ਇੱਕ ਭਗਵਾ ਜਿਹਾ ਰੰਗ ਵੀ ਮਾਰ ਦਿੱਤਾ ਕੇਜਰੀਵਾਲ ਦੇ ਗੇਟ ਤੇ। ਹੁਣ ਭਗਵਾ ਹੋ ਗਿਆ ਤੇ ਲੋਕੀ ਤੇ ਕਹਿੰਦੇ ਕਿ ਏਦਾਂ ਪਿੱਛੇ ਤਾਂ ਪਹਿਲਾਂ ਹੀ ਹੋਇਆ ਪਿਆ ਇੱਕ ਤਰ੍ਹਾਂ ਨਾਲ ਜੀ ਵਿਚਾਰਧਾਰਾ ਦੇ ਤੌਰ ਤੇ। ਸੋ ਮਸਲਾ ਜਿਹੜਾ ਆ ਉਹ ਇਹ ਆ ਕਿ ਜਿਵੇਂ ਉਹਨਾਂ ਨੇ ਕੀਤਾ ਉਹ ਵੀ ਗਲਤ ਆ, ਜਿਵੇਂ ਇਹਨਾਂ ਨੇ ਕੀਤਾ ਮੁੜ ਕੇ ਲਾ 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 ਲਾ। ਵੇਖੋ SYL ਦੇ ਮੁੱਦੇ ਤੇ ਭਗਵੰਤ ਮਾਨ ਚੁੱਪ ਰਹੇ, ਫਿਰ ਤੁਸੀਂ ਦੇਖ ਲਓ ਕਿ ਆਹ ਮਸਲਾ ਚੰਡੀਗੜ੍ਹ ਵਾਲਾ ਇੱਕ ਦਿਨ ਛੱਡ ਕੇ ਟਵੀਟ ਕਰਦੇ, ਇਕੱਲਾ ਟਵੀਟ ਹੀ ਆਇਆ ਹੁਣ ਤੱਕ। ਕੋਈ ਉਹਨਾਂ ਨੇ PC ਨਹੀਂ ਕੀਤੀ, ਕੋਈ ਉਹਨਾਂ ਨੇ ਮੈਮੋਰੰਡਮ ਨਹੀਂ ਦਿੱਤਾ ਰਾਜਪਾਲ ਨੂੰ ਜਾ ਕੇ, ਕੋਈ ਕੁਛ ਨਹੀਂ ਹੈ। ਤਾਂ ਉੱਥੇ ਉਹਨਾਂ ਨੇ ਕੁਝ ਮਿੰਟਾਂ ਦੇ ਅੰਦਰ, ਵਿਦਿਨ ਫਿਊ ਮਿੰਟਸ, ਉਹ ਇੱਕ ਪ੍ਰਤੀਕਰਮ ਦਿੰਦੇ ਨੇ, ਸਖਤ ਪ੍ਰਤੀਕਰਮ ਦਿੰਦੇ ਨੇ ਇਸ ਬਾਬਤ। ਫਿਰ ਜਿੰਨੇ ਹੋਰ ਪੰਜਾਬ ਦੇ ਲੀਡਰ ਨੇ ਵੀ ਕੋਈ ਪਿੱਛੇ ਨਾ ਰਹਿ ਜਾਵੇ, ਅਰਵਿੰਦ ਕੇਜਰੀਵਾਲ ਦਾ ਮਸਲਾ ਹੈ, ਇਹਨਾਂ ਨੇ ਵੀ ਚੱਕ ਦਿੱਤਾ ਕੰਮ। ਚਲੋ ਇਹਨਾਂ ਦੀ ਪਾਰਟੀ ਦਾ ਮਸਲਾ, ਜੋ ਮਰਜ਼ੀ ਕਰੀ ਜਾਣ, ਆਪਾਂ ਤੇ ਨਹੀਂ ਨਾ ਰੋਕ ਸਕਦੇ ਕਿਸੇ ਨੂੰ। ਪਰ ਇਹਨਾਂ ਨੇ ਵੀ ਬਹੁਤ ਵਧਾ ਚੜਾ ਕੇ ਫਿਰ ਕੰਮ ਕਰ ਦਿੱਤਾ ਕਿ ਦੇਖੋ ਜੀ ਭਾਜਪਾ ਜਿਹੜੀ ਆ ਉਹ ਪੰਜਾਬ ਦੀ ਹਾਰ ਤੋਂ ਬੁਖਲਾਈ ਹੋਈ ਆ ਤੇ ਉਹਨਾਂ ਨੇ ਇਹਨੂੰ ਕਤਲ ਕਰਨ ਦੀ ਵਿਉਂਤ ਜਿਹੜੀ ਆ ਉਹ ਬਣਾ ਲਈ, ਵਗੈਰਾ ਵਗੈਰਾ ਗੱਲਾਂ ਜਿਹੜੀਆਂ ਕਿ ਵੀ ਨਿਰਮੂਲ ਨੇ, ਕੋਈ ਇਹਦੇ ਚ ਹੈ ਨਹੀਂ। ਕਿਉਂਕਿ ਅਰਵਿੰਦ ਕੇਜਰੀਵਾਲ ਦੇ ਘਰ ਦੇ ਅੱਗੇ ਚੌਥੇ ਦਿਨ ਧਰਨਾ ਲੱਗਾ ਰਹਿੰਦਾ, ਜਿਵੇਂ ਇੱਥੇ ਆਪਣੇ ਪੰਜਾਬ 'ਚ ਚੱਲਦਾ ਹੈ। ਕਦੇ ਕੋਈ ਲਾ ਲੈਂਦਾ, ਕਦੇ ਕੋਈ ਲਾ ਲੈਂਦਾ। ਸੋ ਬੈਰੀਅਰ ਕੋਈ ਨਾ ਪਹਿਲੀ ਵਾਰੀ ਟੁੱਟੇ ਆ, ਨਾ ਪ੍ਰਦਰਸ਼ਨ ਪਹਿਲੀ ਵਾਰੀ ਹੋਇਆ, ਪਰ ਇਹਨਾਂ ਦੀਆਂ ਜਿਹੜੀਆਂ ਵਜ਼ਾਹਤ ਨੇ, ਜੋ ਵਜ੍ਹਾ ਨੇ, ਉਹ ਹੈਰਾਨ ਕਰਦੀਆਂ ਕਿ ਕੋਈ ਬੰਦਾ ਫਿਲਮ ਬਣਾਉਂਦਾ ਤੇ ਇੱਕ ਪਾਸੜ ਬਣਾ ਦਿੰਦਾ, ਜਿਹੜੀ ਕਿ ਮੇਰੇ ਖਿਆਲ ਦੇ ਨਾਲ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਜਾਂ ਵਿਚਾਰਧਾਰਕ ਪੁਆਇੰਟ ਆਫ ਵਿਊ ਤੋਂ ਤਾਂ ਜਾਇਜ਼ ਮੰਨ ਲਓ ਤੁਸੀਂ, ਪਰ ਜੇ ਤੁਸੀਂ ਕਲਾ ਨਾਲ ਜੋੜ ਕੇ ਦੇਖੋਗੇ, ਕਲਾ ਇਸ ਤਰ੍ਹਾਂ ਤੁਹਾਨੂੰ ਨਹੀਂ ਇਜਾਜ਼ਤ ਦਿੰਦੀ। ਉਹਦੇ ਨਾਲ ਧੋਖਾ, ਉਹਦੇ ਨਾਲ ਫਰੇਬ ਹੈ। ਅੱਛਾ, ਫਿਰ ਉਸ ਫਿਲਮ ਦਾ ਜੇ ਕੋਈ ਵਿਰੋਧ ਕਰਦਾ ਹੈ ਜਾਂ ਮਤਲਬ ਕਿ ਕੋਈ ਆਪਣਾ ਵਿਚਾਰ ਪੇਸ਼ ਕਰਦਾ, ਉਹ ਦੇਸ਼ ਧਰੋਹੀ ਹੈ। ਉਲਟਾ ਇਹੋ ਜਿਹਾ ਪ੍ਰਦਰਸ਼ਨ ਹੁੰਦਾ ਕਿ ਉੱਥੇ ਭੰਨ ਤੋੜ ਕੀਤੀ ਜਾਂਦੀ ਹੈ, ਜਿਹੜੀ ਕਿ ਗੈਰ ਵਾਜਬ ਹੈ। ਤਾਂ ਦੂਸਰੇ ਪਾਸੇ ਇਹ ਫਿਰ ਜੇ ਹੋ ਗਿਆ ਤਾਂ ਉਹ ਹੁਣ ਇੱਕ ਨਜ਼ਰ, ਇੱਕ ਜਿੱਦਾਂ ਕਹਿ ਲਈਏ ਨਾ ਕਿ ਇਹਦੇ ਵਿੱਚ ਇਵੈਂਟ ਦੇ ਵਿੱਚ ਇੱਕ ਨਜ਼ਰ ਮੋੜ ਲਿਆ ਰਿਹਾ ਕਿ ਨਹੀਂ ਜੀ ਇਹ ਤੇ ਕਤਲ ਕਰਨ ਦੀ ਸਾਜ਼ਿਸ਼ ਸੀ। ਸੋ ਇਸ ਕਰਕੇ ਇਹ ਸਾਰੀ ਖੇਡ ਜਿਹੜੀ ਆ ਉਹ ਇਸ ਤਰ੍ਹਾਂ ਸ਼ੁਰੂ ਹੋਈ ਆ, ਇਸ ਤਰ੍ਹਾਂ ਇਖਤਤਾਮ ਤੇ ਪਹੁੰਚੀ ਆ। ਹੁਣ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਜੀ ਦਿੱਲੀ ਪੁਲਿਸ ਨੇ ਇਹ ਸਾਰਾ ਕੁਝ ਕੀਤਾ ਤੇ ਕਰਵਾਇਆ, ਹੁਣ ਸ਼ਿਕਾਇਤ ਕਿਹਦੇ ਕੋਲ ਕਰੀਏ, ਕਿਉਂਕਿ ਦਿੱਲੀ ਪੁਲਿਸ ਜਿਹੜੀ ਆ ਸੈਂਟਰ ਦੀ ਆ। ਸੋ ਇਹ ਇੱਕ ਵਾਰੀ ਫੇਰ ਆਪਾਂ ਕਹਿ ਸਕਦੇ ਹਾਂ ਕਿ ਸੈਂਟਰ ਬਨਾਮ ਦਿੱਲੀ ਸਰਕਾਰ ਦੀ ਜਿਹੜੀ ਲੜਾਈ ਆ, ਉਹਦੀ ਆਪਾਂ ਨੂੰ ਇੱਕ ਨਵੀਂ ਵੰਨਗੀ ਵੇਖਣ ਨੂੰ ਮਿਲ ਰਹੀ ਹੈ। ਔਰ ਨਵੀਂ ਵੰਨਗੀ ਦੇ ਵਿੱਚ ਸਭ ਤੋਂ ਦਿਲਚਸਪ ਵੰਨਗੀ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣੀ ਹੈ ਉਹ ਪੂਰੀ ਤਰ੍ਹਾਂ ਇਨਵੋਲਵ ਹੈ, ਮਤਲਬ ਕਿ ਪਾਰਟੀ ਤਾਂ ਉਹਨਾਂ ਦੀ ਹੈਗੀ ਆ, ਜਿਹੜੇ ਸਾਡੇ ਮੰਤਰੀ ਸੰਤਰੀ ਆ ਪੂਰੇ ਖੂਬ ਠੋਕ ਕੇ ਉਹਦੇ ਵਿੱਚ ਜਵਾਬ ਦੇ ਰਹੇ ਨੇ। ਜੀ ਜੀ ਬਿਲਕੁਲ। ਤੇ ਵੈਸੇ ਮਿੰਟੂ ਜੀ ਕੀ ਲੱਗਦਾ ਇਹ ਸ਼ਾਂਤੀ ਮਾਰਚ ਦਿੱਲੀ 'ਚ ਕੱਢ ਸਕਦੇ ਨੇ? ਸ਼ਾਂਤੀ ਮਾਰਚ ਇਹਨਾਂ ਦਾ ਕੀ ਹੈ ਜੀ, ਉੱਥੇ ਤੇ ਸ਼ਾਂਤੀ ਮਾਰਚ ਸ਼ਾਂਤੀ ਲਈ ਕਿਹਨੂੰ ਕਹਿਣਗੇ? ਸ਼ਾਂਤੀ ਮਾਰਚ ਮਤਲਬ ਕਿ ਅੱਧਾ ਅਧਿਕਾਰ ਇਹਨਾਂ ਦਾ, ਅੱਧਾ ਅਧਿਕਾਰ ਉਹਨਾਂ ਦਾ। ਸ਼ਾਂਤੀ ਮਾਰਚ ਕਿਹਨੂੰ ਕੱਢ ਕੇ ਦਿਖਾਣਗੇ ਉੱਥੇ? ਸੋ ਇਸ ਕਰਕੇ ਸ਼ਾਂਤੀ ਮਾਰਚ ਹੁੰਦੇ ਆ ਜਿਹੜੇ ਉਹ ਰਾਜਨੀਤੀ ਲਈ ਅੱਜ ਕੱਲ ਜ਼ਿਆਦਾ ਕੱਢੇ ਜਾਂਦੇ ਆ। ਉਹ ਜਿਵੇਂ ਇਥੋਂ ਕੋਈ ਕਾਲ ਕੀਤੀ ਹੈ ਮੇਰੇ ਖਿਆਲ ਦੇ ਨਾਲ ਗੁਰਪਤਵੰਤ ਸਿੰਘ ਪੰਨੂ ਨੇ ਕਿ ਸ਼ਿਮਲੇ 'ਚ ਅਸੀਂ ਇਹ ਕਰਾਂਗੇ, ਖਾਲਿਸਤਾਨੀ ਝੰਡਾ ਚੜਾਵਾਂਗੇ। ਕਾਂਗਰਸੀ ਉੱਥੇ ਅੱਕੇ ਪਏ ਸੀ, ਵਿਹਲੇ ਸੀ ਘਰ ਬਹਿ ਬਹਿ ਕੇ, ਉਹਨਾਂ ਨੇ ਪਹਿਲਾਂ ਹੀ ਤਿਰੰਗਾ ਯਾਤਰਾ ਕੱਢ ਦਿੱਤੀ। ਉਹ ਤਿਰੰਗਾ ਯਾਤਰਾ ਕੱਢ ਕੇ ਕਹਿੰਦੇ ਜੀ ਲਓ ਵੀ ਆਪਾਂ ਆਪਦਾ ਲੈ ਲਈਏ। ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਰਾਜਨੀਤਿਕ ਪੱਖ ਤੋਂ ਮਾਇਨੇ ਰੱਖਦੀਆਂ। ਪਰ ਮੇਰੇ ਖਿਆਲ ਦੇ ਨਾਲ ਆ ਜਿਹੜੀ ਲੜਾਈ ਚੱਲੀ ਜਾਂਦੀ ਹੈ, ਮੈਂ ਇਹਨੂੰ ਠੀਕ ਨਹੀਂ ਸਮਝਦਾ
ਕਿ ਨਾ ਤਾਂ ਜਿਹੜੀ ਫਿਲਮ ਇੱਕ ਪਾਸੜ ਬਣਾ ਕੇ ਕਿਸੇ ਵਿਸ਼ੇਸ਼ ਭਾਈਚਾਰੇ ਨੂੰ ਟਾਰਗੇਟ ਕਰਵਾਇਆ ਜਾ ਰਿਹਾ, ਨਾ ਇਹ ਠੀਕ ਆ। ਤੇ ਜੇ ਕੋਈ ਵਿਰੋਧ ਕਰਦਾ ਉਹਦੇ ਵਿਰੋਧ ਦੇ ਵਿੱਚ ਇਸ ਤਰ੍ਹਾਂ ਚਲੇ ਜਾਣਾ ਤੇ ਫਿਰ ਉਸ ਤੋਂ ਬਾਅਦ ਉਸ ਵਿਰੋਧ ਨੂੰ ਵੀ ਇਸ ਤਰੀਕੇ ਨਾਲ ਇੱਕ ਤਰ੍ਹਾਂ ਨਾਲ ਸਿਆਸੀ ਤੌਰ ਤੇ ਲਾਹੇ ਵਾਸਤੇ ਵਰਤਣਾ, ਸਾਰੀਆਂ ਚੀਜ਼ਾਂ ਮੇਰੀ ਨਜ਼ਰ ਦੇ ਵਿੱਚ ਤੇ ਠੀਕ ਨਹੀਂ ਵਾਪਰਦੀਆਂ। ਜੀ ਜੀ ਜੀ। ਭਗਵੰਤ ਮਾਨ ਹੁਣਾਂ ਨੇ ਐਲਾਨ ਕੀਤਾ ਹੈ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਨਹੀਂ ਵਧਾ ਸਕਣਗੇ ਫੀਸ। ਦੇਖੋ, ਇਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਫੀਸਾਂ ਨਹੀਂ ਵਧਾ ਸਕਣਗੇ, ਤੇ ਜੇ ਫੀਸਾਂ ਵਧਾਣੀਆਂ ਨੇ ਤਾਂ ਫਿਰ ਉਹਦੇ ਵਿੱਚ ਪੇਰੈਂਟਸ ਜਾਂ ਜਿਹੜੇ ਸਕੂਲ ਦੇ ਪ੍ਰਬੰਧਕ ਨੇ ਉਹ ਤੇ ਜਾਂ ਸਰਕਾਰੀ ਨੁਮਾਇੰਦੇ ਆ ਉਹ ਬੈਠਣਗੇ ਤੇ ਫਿਰ ਉਸ ਤੋਂ ਬਾਅਦ ਇੱਕ ਪਾਲਿਸੀ ਲਿਆਂਦੀ ਜਾਏਗੀ, ਪਾਲਿਸੀ ਨਿਰਧਾਰਿਤ ਕੀਤੀ ਜਾਏਗੀ। ਨੰਬਰ 1। ਨੰਬਰ 2 ਕਹਿੰਦੇ ਆ ਕਿ ਕਿਸੇ ਵੀ ਬੱਚੇ ਨੂੰ ਜਾਂ ਬੱਚਿਆਂ ਦੇ ਮਾਪਿਆਂ ਨੂੰ ਇਹ ਮਜਬੂਰ ਨਹੀਂ ਕੀਤਾ ਜਾਏਗਾ ਕਿ ਕਿਸੇ ਦੁਕਾਨ ਵਿਸ਼ੇਸ਼ ਤੇ ਜਾ ਕੇ ਤੇ ਉੱਥੋਂ ਕਿਤਾਬਾਂ ਜਾਂ ਵਰਦੀਆਂ ਖਰੀਦੋ। ਦੇਖੋ, ਪਤਾ ਨਹੀਂ, ਮੈਂ ਸਮਝਦਾ, ਮੈਨੂੰ ਤੇ ਇਹ ਲੱਗਦਾ ਕਿ ਭਗਵੰਤ ਸਿੰਘ ਮਾਨ ਨੂੰ ਵੀ ਸਿਆਸੀ ਸਲਾਹਕਾਰ ਸੀ ਨਾ ਜਿਹੜੇ, ਜਿਵੇਂ ਅਮਰਿੰਦਰ ਸਿੰਘ ਦੇ ਜਾਂ ਸੁਖਬੀਰ ਸਿੰਘ ਬਾਦਲ ਦੇ, ਵੈਸੇ ਹੀ ਟੱਕਰ ਗਏ ਆ, ਵੈਸੇ ਹੀ ਟੱਕਰ ਗਏ। ਮੈਨੂੰ ਤੇ ਸਮਝ ਨਹੀਂ ਆਉਂਦੀ ਕੌਣ ਬੇਵਕੂਫ ਇਹਨਾਂ ਨੂੰ ਸਲਾਹਾਂ ਦੇ ਰਿਹਾ। ਮਸਲਾ ਇਹ ਹੈ ਕਿ ਜੇ ਤੁਸੀਂ ਦੇਖੋਗੇ, ਜੇ ਥੋੜੇ ਜਿਹੇ ਵੀ ਕਾਨੂੰਨ ਦੇ ਜਾਣੂ ਹੋਵੋਗੇ ਤਾਂ ਸਮਝ ਆ ਜਾਏਗਾ ਕਿ ਦਰਅਸਲ ਸੁਪਰੀਮ ਕੋਰਟ ਨੇ ਪਹਿਲਾਂ ਹੀ ਕਹਿ ਰੱਖਿਆ ਕਿ ਭਾਈ 8% ਤੋਂ ਵੱਧ ਤੁਸੀਂ ਫੀਸਾਂ ਨਹੀਂ ਵਧਾ ਸਕਦੇ। ਮਤਲਬ ਕਿ ਸੁਪਰੀਮ ਕੋਰਟ ਦੀ ਸਪਸ਼ਟ ਨਿਯਮਾਵਲੀ ਆ ਕਿ ਭਾਈ ਤੁਸੀਂ 1 ਸਾਲ ਦੇ ਵਿੱਚ 8% ਤੋਂ ਉੱਤੇ ਫੀਸ ਨਹੀਂ ਵਧਾ ਸਕਦੇ। ਮਤਲਬ ਕਿ ਉਹਨਾਂ ਤੇ ਪਹਿਲਾਂ ਹੀ ਕੁੰਡਾ ਹੈ। ਦੂਜੀ ਚੀਜ਼ ਜਿਹੜੀ ਹੈ ਕਿ ਇਹ ਤੇ ਪਹਿਲਾਂ ਹੀ ਨਿਰਧਾਰਤ ਹੈ ਕਿ ਤੁਸੀਂ ਮਜਬੂਰ ਨਹੀਂ ਕਰ ਸਕਦੇ। ਪਰ ਹੁੰਦਾ ਕੀ, ਵਰਦੀ ਦਾ ਕਲਰ ਹੀ ਐਸਾ ਚੁਣਿਆ ਜਾਂਦਾ ਆ, ਵਰਦੀ ਦਾ ਕਲਰ ਹੀ ਐਸਾ ਚੁਣਿਆ ਜਾਂਦਾ, ਕੰਬੀਨੇਸ਼ਨ ਹੀ ਐਸਾ ਹੁੰਦਾ ਹੈ ਜਿਹੜਾ ਇੱਕ ਦੁਕਾਨ ਵਿਸ਼ੇਸ਼ ਤੋਂ ਮਿਲਦਾ। ਜਾਣਾ ਪੈਂਦਾ, ਕੀ ਕਰੀਏ। ਫਿਰ ਮਸਲਾ ਕੀ ਹੈ ਕਿ ਆ ਜਨਰੇਟਰ ਫੀਸ ਆ ਜੀ, ਆ ਪਲੇਗਰਾਉਂਡ ਫੀਸ ਆ ਜੀ, ਉਹਦਾ ਵਿੱਚ ਕੱਖ ਵੀ ਨਹੀਂ ਪਾਵੇ, ਆ ਫਲਾਣੇ ਦੀ ਫੀਸ ਆ, ਉਹ ਇਧਰੋਂ ਕੱਢ ਲੈਂਦੇ ਨੇ, ਇਧਰੋਂ ਕੱਢ ਲੈਂਦੇ ਆ। ਸੋ ਇਹ ਲੰਮੀ ਚੌੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਰਚਾ ਦਾ ਵਿਸ਼ਾ ਹੈ। ਇਹਦੇ ਵਿੱਚ ਵੇਖਿਆ ਜਾਣਾ ਚਾਹੀਦਾ ਕਿ ਲਓ ਜੀ ਅਸੀਂ ਪਾਬੰਦੀ ਲਾਉਣੇ, ਐਡਮਿਸ਼ਨ ਨਹੀਂ ਹੋਏਗੀ, ਐਡਮਿਸ਼ਨ ਫੀਸ ਵੱਧ ਨਹੀਂ ਲਈ ਜਾਏਗੀ। ਐਡਮਿਸ਼ਨਾਂ ਤੇ ਆਲਰੇਡੀ ਹੋ ਚੁੱਕੀਆਂ ਨੇ। ਅੱਜ ਕੱਲ ਉਹ ਜ਼ਮਾਨਾ ਗਿਆ ਕਿ 31 ਮਾਰਚ ਨੂੰ ਰਿਜ਼ਲਟ ਆਉਣਗੇ। ਅੱਜ ਕੱਲ ਪਹਿਲਾਂ ਹੀ ਉਹ ਰਿਜ਼ਲਟ ਬਣਾ ਕੇ ਤਿਆਰ ਕਰ ਲੈਂਦੇ ਆ ਤੇ ਨਾਲ ਦੀ ਨਾਲ ਐਡਮਿਸ਼ਨਾਂ ਇੱਕ ਅੱਧੇ ਦਿਨ ਚ ਕਰਕੇ ਤੇ ਪਰੇ ਮਾਰਦੇ ਆ। ਐਡਮਿਸ਼ਨਾਂ ਹੋ ਚੁੱਕੀਆਂ ਨੇ, ਸਾਰਾ ਕੁਝ ਹੋ ਗਿਆ ਵਾ। ਸੋ ਕਹਿਣ ਦਾ ਮਤਲਬ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਕਹਿਣਾ ਚਾਹੁੰਦੇ ਆ ਭਗਵੰਤ ਸਿੰਘ ਮਾਨ। ਮੈਨੂੰ ਲੱਗਦਾ ਕਿ ਚੰਨੀ ਜੀ ਦਾ ਰਿਕਾਰਡ ਤੋੜਨਾ ਚਾਹੁੰਦੇ ਆ ਕਿ ਬਈ ਜਿਵੇਂ ਉਹਨਾਂ ਨੇ 111 ਦਿਨਾਂ ਚ ਐਲਾਨ ਕੀਤੇ ਸੀ ਤੇ ਮੈਂ ਉਹ ਐਲਾਨਾਂ ਦਾ ਰਿਕਾਰਡ ਜਿਹੜਾ ਤਵਸਤ ਕਰਨਾ, ਤੋੜਨਾ ਆ। ਹੁਣ ਇੱਕ ਚੀਜ਼ ਹੋਰ ਵੇਖੋ, ਇਹ ਕੱਲ ਯੂਨੀ ਦੇ ਵਿੱਚ ਆਏ ਨੇ ਉੱਥੇ ਪਟਿਆਲੇ, ਉੱਥੇ ਕੀ ਕਹਿ ਗਏ ਨੇ, ਜੇ ਬਰੀਕੀ ਦੇ ਨਾਲ ਇਹਨਾਂ ਦੇ ਭਾਸ਼ਣ ਨੂੰ ਸੁਣੋ, ਇਹ ਕਹਿੰਦੇ ਜੀ ਕਿ ਯੂਨੀਵਰਸਿਟੀਆਂ ਅਸੀਂ ਮਤਲਬ ਕਿ ਚਾਹੁੰਦੇ ਆ ਕਿ ਆਪਣੇ ਪੈਰਾਂ ਤੇ ਖੜੀਆਂ ਹੋਣ, ਇਹਨਾਂ ਨੂੰ ਕਿਸੇ ਦੇ ਅੱਗੇ ਹੱਥ ਨਾ ਅੱਡਣਾ ਪਵੇ, ਸਰਕਾਰ ਤੋਂ ਮਤਲਬ ਕਿ ਕੁਝ ਲੈਣਾ ਨਾ ਪਵੇ। ਹੁਣ ਜਿਹੜੀ ਤੁਸੀਂ ਯੂਨੀਵਰਸਿਟੀ ਦੇ ਵਿੱਚ ਖਲੋ ਕੇ ਹਾਰ ਗੱਲ ਆਖਣ ਡਏ ਹੋ ਤੇ ਯੂਨੀਵਰਸਿਟੀ ਸਰਕਾਰ ਦੀ ਹੈ, ਪੰਜਾਬੀ ਯੂਨੀਵਰਸਿਟੀ। ਅੱਛਾ, ਜੇ ਯੂਨੀਵਰਸਿਟੀ ਇਸ ਤਰ੍ਹਾਂ ਮਤਲਬ ਕਿ ਆਪਣੇ ਪੈਰਾਂ ਤੇ ਖੜੀ ਹੋਏਗੀ ਤੇ ਹਜ਼ੂਰ ਫਿਰ ਉਹ ਜਵਾਕਾਂ ਤੋਂ ਹੀ ਫੀਸ ਲਾ ਕੇ ਖੜੀ ਹੋ ਸਕਦੀ ਹੈ, ਛਿਲਾ ਕੇ ਖੜੀ ਹੋ ਸਕਦੀ ਹੈ। ਜਿਵੇਂ ਕਿ ਇੱਕ ਨਿੱਜੀ ਯੂਨੀਵਰਸਿਟੀ ਵਾਲਾ ਤੁਹਾਡਾ ਰਾਜ ਸਭਾ ਦਾ ਮੈਂਬਰ ਹੈ, ਜਿਹੜੇ ਪਹਿਲਾਂ ਹਲਵਾਈ ਹੁੰਦੇ ਸਨ ਜਲੰਧਰ ਦੇ ਚੋਟੀ ਤੇ, ਤੁਸੀਂ ਜਾਣਦੇ ਜੇ ਰਾਜ ਕਰਨਵੀਰ ਸਿੰਘ ਜੀ। ਤਾਂ ਬਈ ਜਿਵੇਂ ਉਹਨਾਂ ਨੇ ਫਿਰ ਕਾਰੋਬਾਰ ਖੜਾ ਕੀਤਾ ਤੇ ਮੁਨਾਫੇ ਚ ਲੈ ਗਏ ਨੇ ਆਪਦੀ ਯੂਨੀਵਰਸਿਟੀ ਨੂੰ, ਜਿੱਥੇ ਪ੍ਰਧਾਨ ਮੰਤਰੀ ਵੀ 2 ਵਾਰੀ ਆ ਚੁੱਕਾ ਹੈ, ਤੇ ਤੁਸੀਂ ਕਹਿ ਰਹੇ ਹੋ ਕਿ ਜਵਾਕਾਂ ਦੀ ਛਿੱਲ ਲਾ ਲਓ। ਹੁਣ ਇਹ ਭਾਸ਼ਣ ਅਣਜਾਣੇ ਚ ਦੇ ਰਹੇ ਜਾਂ ਜਾਣਬੁੱਝ ਕੇ ਦੇ ਰਹੇ, ਮੈਨੂੰ ਨਹੀਂ ਪਤਾ ਲੱਗ ਰਿਹਾ। ਮੈਂ ਟੋਟਲੀ ਕਨਫਿਊਜ਼ਡ ਹਾਂ ਕਿ ਕਹਿ ਕੀ ਰਹੇ ਨੇ, ਕਰ ਕੀ ਰਹੇ। ਹੁਣ ਜੇ ਤਾਂ ਪੱਤਰਕਾਰਾਂ ਦੇ ਮੁਖਾਤਬ ਹੋਣ ਫਿਰ ਤੇ ਸਵਾਲਾਤ ਜਿਹੜੇ ਆ ਪੱਤਰਕਾਰ ਕਰ ਸਕਦੇ ਆ, ਕਿਉਂਕਿ ਲੋਕਾਂ ਦੇ ਸਵਾਲ ਹੁੰਦੇ ਆ। ਪਰ ਜੇ ਹੁਣ ਤੁਸੀਂ ਉੱਥੇ ਵੀਡੀਓ ਜਾਰੀ ਕਰ ਦਿੰਦੇ ਹੋ, ਅੱਜ ਬਹੁਤ ਵੱਡਾ ਐਲਾਨ ਕੀਤਾ ਜਾਏਗਾ ਜੀ, ਲੋਕ ਏਦਾਂ ਹੀ ਜਿੱਦਾਂ ਨਰਿੰਦਰ ਮੋਦੀ ਦੇ ਆਉਣ ਦਾ ਇੰਤਜ਼ਾਰ ਕਰਿਆ ਕਰਦੇ ਸਨ ਕਿ ਪਤਾ ਨਹੀਂ ਕੀ ਕਹਿ ਦੇਣਾ ਹੈ, ਉਦਾਂ ਹੀ ਐ ਟੇਕ ਲਾ ਕੇ ਬਹਿ ਜਾਂਦੇ ਆ ਕਿ ਅੱਜ ਮਾਨਯੋਗ ਮੁੱਖ ਮੰਤਰੀ ਪਤਾ ਨਹੀਂ ਕਿਹੜਾ ਵੱਡਾ ਐਲਾਨ ਕਰੂਗੇ, ਪਰ ਹੁੰਦਾ ਕੁਝ ਹੋ ਰਿਹਾ। ਸੋ ਇਸ ਕਰਕੇ ਬਹੁਤ ਕੁਛ ਆ ਇਸ ਮਾਮਲੇ ਦੇ ਵਿੱਚ ਕਰਨ ਵਾਲਾ। ਚਲੋ ਇਹ ਪਹਿਲ ਕਦਮੀ ਕਰਦੇ ਨੇ ਤੇ ਅੱਛੀ ਗੱਲ ਆ, ਪਹਿਲ ਕਦਮੀ ਜੇ ਕਰਦੇ ਆ ਕੋਈ ਮਾੜੀ ਗੱਲ ਨਹੀਂ ਹੈ, ਪਰ
ਇੱਕ ਤੇ ਇਹ ਵੇਖਣਾ ਚਾਹੀਦਾ ਕਿ ਜਦੋਂ ਤੁਸੀਂ ਐਲਾਨ ਕਰਦੇ ਹੋ ਕਿ ਉਹਦੇ ਕਾਨੂੰਨੀ ਰੂਪ ਕੀ ਨੇ ਪਹਿਲਾਂ। ਦੂਜੀ ਚੀਜ਼ ਇਹ ਆ ਕਿ ਇਹ ਵੇਖੋ ਕਿ ਉਹਦੇ ਵਿੱਚ ਖਾਮੀਆਂ ਹੋਰ ਕਿੱਥੇ ਕਿੱਥੇ ਨੇ, ਚੋਰ ਮੋਰੀਆਂ ਕਿੱਥੇ ਕਿੱਥੇ ਨੇ। ਹੁਣ ਪਾਲਿਸੀ ਤਾਂ ਤੁਸੀਂ ਹਾਲੇ ਬਣਾਉਣੀ ਹੈ, ਪਾਬੰਦੀ ਦਾ ਜ਼ਿਕਰ ਪਹਿਲਾਂ ਕਰ ਦਿੱਤਾ ਜਿਹੜੀ ਕਿ ਆਲਰੇਡੀ ਤਕਰੀਬਨ ਹੋਂਦ ਦੇ ਵਿੱਚ ਹੈ। ਸੋ ਇਸ ਕਰਕੇ ਇਹਨਾਂ ਐਲਾਨਾਂ ਦੇ ਪਿੱਛੇ ਜਿਹੜਾ ਦਿਮਾਗ ਆ, ਰੌਸ਼ਨ ਦਿਮਾਗ ਆ, ਉਹਦੀ ਸਮਝ ਨਹੀਂ ਆ ਰਹੀ ਕਿ ਉਹ ਪਿੱਛੇ ਕੌਣ ਆ, ਅਫਸਰ ਨੇ ਜਾਂ ਕੋਈ ਦਿੱਲੀ ਵਾਲੇ ਨੇ, ਤੇ ਜਾਂ ਫਿਰ ਸਰਦਾਰ ਭਗਵੰਤ ਸਿੰਘ ਜੀ ਮਾਨ ਆਪ ਹੀ ਇਹ ਛੱਡੀ ਜਾ ਰਹੇ ਸਨ। ਜੀ ਜੀ, ਪੰਜਾਬ ਸਰਕਾਰ ਨੇ ਸਾਰੇ ਇੰਪਰੂਵਮੈਂਟ ਟਰਸਟ ਭੰਗ ਕੀਤੇ। ਹਾਂਜੀ, ਇਹ ਕਹਾਣੀ ਮੈਂ ਤੁਹਾਨੂੰ ਦੱਸੀ ਸੀਗੀ 2 ਦਿਨ ਪਹਿਲਾਂ ਕਿ 1 ਦਿਨ ਪਹਿਲਾਂ ਕਿ ਬਈ ਸਾਰਾ ਕੁਝ ਉਦਾਂ ਜਿੱਦਾਂ ਗਾਣਾ ਸੀਗਾ ਕਿ ਫੀਅਟ ਤੇ ਜੇਠ ਨਜ਼ਾਰੇ ਲੈਂਦਾ, ਤੇ ਇਹ ਨਜ਼ਾਰੇ ਲਈ ਜਾਂਦੇ ਸੀ ਕਿ ਕਾਂਗਰਸੀ ਨਜ਼ਾਰੇ ਲਈ ਜਾਂਦੇ ਸੀਗੇ ਕਿ ਭਾਈ ਮਤਲਬ ਕਿ ਸਰਕਾਰ ਹੈਗੀ ਆਮ ਆਦਮੀ ਪਾਰਟੀ ਦੀ, ਉਹ ਚੁੱਪਚਾਪ ਬੈਠੇ ਸੀਗੇ ਕਮਿਸ਼ਨਾਂ ਦੇ ਵਿੱਚ, ਬੋਰਡਾਂ ਦੇ ਵਿੱਚ। ਫਿਰ ਇਹ ਜਿਹੜੇ ਇੰਪਰੂਵਮੈਂਟ ਟਰਸਟ ਹੁੰਦੇ ਆ, ਹੁਣ ਇਹਨਾਂ ਨੇ ਕੀ ਕੀਤਾ ਆ ਕਿ ਨਾਲ ਦੀ ਨਾਲ ਫਿਰ ਭੰਗ ਕਰਨੇ ਸਟਾਰਟ ਕਰ ਦਿੱਤੇ, ਕਿਉਂਕਿ ਖਬਰਾਂ ਜਦੋਂ ਲੱਗਦੀਆਂ ਪਹੁੰਚ ਤੇ ਵੀ ਸਵਾਲ ਉੱਠਦੇ ਆ ਕਿ ਭਾਈ ਕੀ ਗੱਲ ਹੈ, ਤੁਹਾਡੀ ਇੰਨੀ ਪਹੁੰਚ ਨਹੀਂ ਹੈਗੀ, ਤੁਸੀਂ ਆਪਣੇ ਬੰਦੇ ਦਾ ਕੀ ਹੈ ਕਿ ਇਹ ਜਿਹੜੀਆਂ ਪੋਸਟਾਂ ਨੇ ਇਹਨਾਂ ਤੇ ਆਪਣੇ ਬੰਦੇ ਹੀ ਸੈੱਟ ਕਰਨੇ ਹੁੰਦੇ ਆ ਨਾ, ਤੇ ਉਹ ਤੇ ਬੰਦੇ ਵਿਚਾਰੇ ਆ ਜਿਹੜੇ ਉਸਲ ਵੱਟੇ ਲੈਂਦੇ ਆ ਕਿ ਕਦੋਂ ਸਾਡੀ ਵਾਰੀ ਆਏਗੀ, ਮਲਾਈ ਵਾਲੇ ਡੋਨੇ ਨੂੰ ਕਦੋਂ ਸਾਡੇ ਲੱਭ ਲੱਗਣਗੇ, ਕਦੋਂ ਬੁੱਲ ਲੱਗਣਗੇ। ਕਈਆਂ ਦੀ ਹੁੰਦਾ ਨਾ ਕਿ ਲੱਭ ਛੁਆ ਲਈਏ ਅਸੀਂ ਵੀ ਮਲਾਈ ਵਾਲੇ ਡੋਨੇ ਨੂੰ, ਤੇ ਉਹ ਤੇ ਉਡੀਕਦੇ ਹੁੰਦੇ ਬੜੇ ਚਿਰ ਤੋਂ, ਉਡੀਕਾਂ ਵੇ ਮੈਂ ਰੱਖੀਆਂ ਗੁਲਾਬੀ ਪੱਗ ਬੰਨ ਮਿੱਤਰਾ, ਇਹੋ ਜਿਹੀ ਉਡੀਕ ਹੁੰਦੀ ਆ। ਇਹ ਚੁੱਪ ਕਰਕੇ ਬੈਠੇ ਸਨ ਕਾਂਗਰਸੀ ਜਿਹੜੇ ਕਹਿੰਦੇ ਜਿਵੇਂ ਹੰਸਰਾਜ ਦਾ ਗਾਣਾ ਸੀ ਨਾ, ਜੋ ਪਲ ਹੱਸ ਕੇ ਲੰਘਦਾ ਯਾਰ ਲੰਘਾਈ ਜਾ, ਉਦਾਂ ਹੀ ਉਹ ਕਹਿੰਦੇ ਕਿ ਵੀ ਜਿਹੜਾ ਪਲ ਹੱਸ ਕੇ ਲੰਘਦਾ ਕੁਰਸੀ ਤੇ ਯਾਰ ਲੰਘਾਈ ਜਾ। ਹੁਣ ਇਹਨਾਂ ਨੇ ਜਦੋਂ ਪੱਤਰਕਾਰਾਂ ਨੇ ਖਬਰਾਂ ਲਾਈਆਂ, ਆਪਾਂ ਵੀ ਗੱਲਬਾਤ ਕੀਤੀ, ਫਿਰ ਇਹਨਾਂ ਦਾ ਮੱਥਾ ਕਿਤੇ ਜਾ ਕੇ ਠਣਕਿਆ ਕਿ ਹਜ਼ੂਰ ਆਪਾਂ ਤੇ ਗਲਤੀ ਕਰ ਰਹੇ ਹਾਂ, ਆਪਣੇ ਬੰਦੇ ਕਿੰਨੇ ਸੈੱਟ ਹੋ ਸਕਦੇ ਆ। ਹੁਣ ਇਹਨਾਂ ਨੇ ਇੱਧਰ ਨੂੰ ਕਦਮ ਚੁੱਕਿਆ ਤੇ ਠਾ ਮੇਰੇ ਖਿਆਲ ਦੇ ਨਾਲ ਕਾਂਗਰਸੀਆਂ ਦੇ ਅਸਤੀਫੇ ਵੀ ਵੱਜਣੇ ਜਿਹੜੇ ਆ ਉਹ ਸ਼ੁਰੂ ਹੋ ਚੁੱਕੇ ਆ। ਜੀ ਜੀ ਜੀ, ਉਧਰ ਪ੍ਰਤਾਪ ਸਿੰਘ ਬਾਜਵਾ ਹੁਣਾਂ ਦਾ ਹਾਈ ਕਮਾਂਡ ਨੂੰ ਉਹਨਾਂ ਦੀ ਸਲਾਹ ਆ, ਕਹਿੰਦੇ ਕਰਨਲ ਨੂੰ ਜਰਨਲ ਬਣਾਓਗੇ ਤਾਂ ਅਨੁਸ਼ਾਸਨ ਭੰਗ ਹੋਊਗਾ। ਦੇਖੋ, ਪ੍ਰਤਾਪ ਸਿੰਘ ਬਾਜਵਾ ਜਿਹੜਾ ਉਹ ਧੂਏ ਦੇ ਪੱਜ ਰੋਣ ਵਾਲੀ ਗੱਲ ਆ ਕਿ ਕੋਈ ਬੰਦਾ ਰੋਂਦਾ ਸੱਜਣਾ ਨੂੰ ਹੁੰਦਾ, ਪਰ ਪੱਜ ਧੂਏ ਦਾ ਲਾ ਲੈਂਦਾ ਧੂਣੀ ਤੇ ਬੈਠ ਕੇ ਕਿ ਅੱਖਾਂ 'ਚ ਧੂਆਂ ਪੈ ਗਿਆ। ਏਦਾਂ ਹੀ ਆ ਪ੍ਰਤਾਪ ਸਿੰਘ ਬਾਜਵਾ, ਨਿਗਾਹ ਉਹਨਾਂ ਦੀ ਕਿਤੇ ਹੋਰ ਹੁੰਦੀ ਆ, ਨਿਸ਼ਾਨੇ ਕਿਤੇ ਹੋਰ ਹੁੰਦੇ ਆ। ਵੈਸੇ ਉਹ ਗੱਲਾਂ ਅਮਰਿੰਦਰ ਸਿੰਘ ਦੇ ਖਿਲਾਫ ਵੀ ਬੜੀਆਂ ਕਰਦੇ ਰਹੇ, ਬੜੇ ਲਵ ਲੈਟਰ ਲਿਖਦੇ ਰਹੇ, ਅਦਾਵਤ ਸੀਗੀ, ਬਹੁਤ ਜ਼ਿਆਦਾ ਚਿੱਠੀਆਂ ਲਿਖਦੇ ਸਨ ਬਰਖਲਾਫ। ਤੇ ਫਿਰ ਇੱਕ ਦਿਨ ਐਸਾ ਹੋਇਆ ਕਿ ਸਿਸਮਾ ਵਾਲੇ ਫਾਰਮ ਦੇ ਵਿੱਚ ਹੀ ਜਾ ਕੇ ਖਜ਼ੂਰਾਂ ਖਜ਼ਾਰਾਂ ਖਾ ਆਏ, ਉਹਨਾਂ ਨਾਲ ਤੁਰ ਪਏ ਸਨ। ਔਰ ਉਹ ਅਮਰਿੰਦਰ ਸਿੰਘ ਜਿਨੇ ਇਹਨਾਂ ਦੇ ਬਾਪ ਦੇ ਖਿਲਾਫ, ਜਿਹੜਾ ਇਸ ਸੰਸਾਰ ਦੇ ਵਿੱਚ ਹੈ ਨਹੀਂ, ਚਿੱਠੀ ਲਿਖੀ ਜਿਹੜੀ ਅੱਜ ਵੀ ਰਿਕਾਰਡ ਦੇ ਵਿੱਚ ਮੌਜੂਦ ਆ, ਔਰ ਉਹ ਐਚਟੀ ਨੇ ਐਕਸੈਸ ਕਰ ਲਈ ਸੀਗੀ, ਯਾਨੀ ਲੀਕ ਕੀਤੀ ਗਈ ਸੀ ਚਿੱਠੀ। ਖੈਰ ਚਲੋ, ਉਹ ਅਤੀਤ ਦੀਆਂ ਗੱਲਾਂ ਨੇ, ਇਹਨਾਂ ਦੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਨੇ। ਇਹਨਾਂ ਨੇ ਜਿਹੜਾ ਬਿਆਨ ਦਿੱਤਾ ਵਾ, ਇਹ ਕਹਿੰਦੇ ਆ ਕਿ ਦੇਖੋ ਜਿਹੜੀ ਇੱਕ ਤੇ LOP ਵਾਲੀ ਅਸਾਮੀ ਆ ਤੇ ਇੱਕ ਪ੍ਰਧਾਨ, ਮਤਲਬ ਕਿ ਦੋਵੇਂ ਜਿਹੜੀਆਂ ਇਹ ਕੁਰਸੀਆਂ ਖਾਲੀ ਨੇ, ਇਹਨਾਂ ਦੇ ਵਿੱਚ 3 ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਗੱਲਾਂ ਕਿਹੜੀਆਂ ਨੇ? ਇੱਕ ਤਾਂ ਸੀਨੀਅਰਿਟੀ, ਇੱਕ ਹੋ ਗਈ ਲੋਇਲਟੀ ਜਿਹਨੂੰ ਆਪਾਂ ਵਫਾਦਾਰੀ ਕਹਿ ਸਕਦੇ ਹਾਂ, ਤੇ ਇੱਕ ਹੋ ਗਈ ਐਬਿਲਿਟੀ, ਯੋਗਤਾ। ਮਤਲਬ ਕਿ ਇਹ 3 ਚੀਜ਼ਾਂ ਜਿਹੜੀਆਂ ਸੀਨੀਅਰਿਟੀ, ਲੋਇਲਟੀ ਤੇ ਐਬਿਲਿਟੀ, ਇਹ ਚੀਜ਼ਾਂ ਜਿਹੜੀਆਂ ਉਹ ਲਾਜ਼ਮੀ ਹੋਣੀਆਂ ਚਾਹੀਦੀਆਂ। ਬੜੀ ਦਰੁਸਤ ਗੱਲ ਕਹੀ ਹੈ ਉਹਨਾਂ ਨੇ, ਬੜੀ ਵਾਜਬ ਗੱਲ ਕਹੀ ਆ ਕਿ ਜੋ ਕੋਈ ਜਥੇਬੰਦਕ ਢਾਂਚੇ ਨੂੰ ਲੀਡ ਕਰਦਾ ਹੈ ਉਹਦੇ 'ਚ ਇਹ ਸਮਰੱਥਾ ਹੋਣੀ ਚਾਹੀਦੀ ਹੈ। ਫਿਰ ਜੇਕਰ ਕੋਈ ਮੰਨ ਲਓ ਲੀਡਰ ਆਫ ਆਪੋਜੀਸ਼ਨ ਬਣਦਾ ਹੈ, ਉਹਦੇ 'ਚ ਵੀ ਇਹ ਗੁਣ ਜਿਹੜੇ ਆ ਸੁਮੇਲਤ ਤੌਰ ਤੇ ਹੋਣੇ ਚਾਹੀਦੇ ਆ। ਜ਼ੁਰਤ, ਗਰਡਸ, ਜਾਣਕਾਰੀ, ਇਹ ਸਾਰਾ ਕੁਛ ਜੇ ਇੱਕ ਵਿਰੋਧੀ ਧਿਰ ਦੇ ਆਗੂ ਕੋਲ ਨਹੀਂ ਹੋਏਗਾ ਤਾਂ ਉਹ ਚਰਨਜੀਤ ਸਿੰਘ ਚੰਨੀ ਵਾਂਗੂ ਫਸ ਜਾਏਗਾ। ਕਿ ਸੁਖਬੀਰ ਸਿੰਘ ਬਾਦਲ ਨੇ ਪੁੱਛਿਆ ਕਿ ਉਹ 50 ਸਾਲਾਂ 'ਚ ਕੀ ਕੀਤਾ, ਤੁਸੀਂ ਇੱਕ ਕੰਮ ਵੀ ਗਿਣਾ ਦਿਓ, ਤੇ ਉਹਨੇ ਆਖਿਆ ਸੀ ਸੜਕਾਂ ਨੂੰ ਪੱਚ ਲਾਏ ਆ, ਪੈਂਚਰ ਲਾਏ ਆ। ਮਤਲਬ ਕਿ ਇੱਕ ਮਜ਼ਾਕ ਬਣ ਗਿਆ। ਸੋ ਹੁਣ ਇਹੀ ਆ, ਇਹ ਕਹਿ ਰਹੇ ਆ ਕਿ ਗੱਲ ਇਹ ਆ ਕਿ ਜੇ ਤੁਸੀਂ ਏਦਾਂ ਨਾ ਕਰਕੇ ਕਰਨਲ ਨੂੰ ਜਰਨਲ ਬਣਾ ਦਿਓਗੇ ਤੇ ਅਨੁਸ਼ਾਸਨ ਦੀ ਉਲੰਘਣਾ ਹੋਵੇਗੀ। ਨਾਲ ਹੀ ਉਹ ਕਹਿੰਦੇ ਆ
ਕਿ ਡਰਬੀ ਦੀ ਦੌੜ ਦੇ ਵਿੱਚ ਸਾਨੂੰ ਦੇਸੀ ਦੀ ਬਜਾਏ ਅਰਬੀ ਘੋੜੇ ਭਜਾਉਣੇ ਚਾਹੀਦੇ ਆ। ਵੈਸੇ ਇਹ ਇਹਨਾਂ ਦੇ ਅੱਜ ਕਲਪਿਤ ਡਾਇਲੌਗ ਆ, ਇਹ ਲਗਾਤਾਰ ਬੋਲ ਰਹੇ ਆ। ਦਰਅਸਲ ਕੀ ਆ ਕਿ ਜਿਵੇਂ ਸਿੱਧੂ ਸਰਗਰਮ ਹੋਇਆ, ਜਿਹੜੇ ਪੁਰਾਣੇ ਲੀਡਰ ਨੇ ਇਹਨਾਂ ਨੇ ਇੱਕ ਵਾਰੀ ਫੇਰ ਕਮਰ ਕੱਸਾ ਕੱਸ ਲਿਆ ਵਾ ਕਿ ਕਿਸੇ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਹੁਣ ਜਿਹੜੀ ਮਾੜੀ ਮੋਟੀ ਉਹਦੀ ਹਸਤੀ ਦੀ ਜੋਤ ਚੱਲ ਰਹੀ ਹੈ ਸਿਆਸਤ ਦੇ ਵਿੱਚ, ਇਹਨੂੰ ਵੀ ਬੁਝਾ ਦੇ। ਘੱਟੋ ਘੱਟ ਕਾਂਗਰਸ ਦੇ ਵਿੱਚ ਇਹ ਫੂਕਾ ਮਾਰ ਰਹੇ ਨੇ, ਫੂਕਾ ਮਾਰ ਰਹੇ ਨੇ। ਜਿਵੇਂ ਦੇਵੀ ਆਂਦਾ ਸੀ ਨਾ, ਇਹਨੂੰ ਕਿਸੇ ਬਹਾਨੇ ਗੁੱਲ ਕਰੀਏ, ਹਵਾ ਨਾਲ ਸਲਾਹਾਂ ਕਰਦੇ ਨੇ। ਸੋ ਇਹ ਕਹਿ ਰਹੇ ਆ ਕਿ ਕਿਸੇ ਤਰੀਕੇ ਨਾਲ ਜਿਹੜੀ ਨਵ ਦੀ ਮਾੜੀ ਮੋਟੀ ਜੋਤ ਜਗਦੀ ਪਈ ਆ ਕਾਂਗਰਸ ਦੇ ਵਿੱਚ, ਇਹਨੂੰ ਵੀ ਬੁਝਾ ਕਤੀਏ। ਇਹ ਸਾਰੇ ਇੱਕ ਪਾਸੇ ਨੇ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ, ਉਹ ਵੀ ਜਿੱਦਾਂ 2.5 ਕੋਕੜੂ ਲੈ ਕੇ ਤੇ ਉਹ ਵੀ ਆਪਣੀ ਹੋਂਦ ਦਰਸਾ ਰਿਹਾ। ਸੋ ਲੜਾਈ ਜਿਹੜੀ ਆ ਕੁੱਲ ਮਿਲਾ ਕੇ ਦੋ ਚੀਜ਼ਾਂ ਦੀ ਆ, ਪ੍ਰਧਾਨਗੀ ਦੀ ਤੇ ਵਿਰੋਧੀ ਧਿਰ ਦੇ ਆਗੂ ਦੀ। ਵਿਰੋਧੀ ਧਿਰ ਦੇ ਆਗੂ ਨੂੰ ਕੀ ਹੈ ਕਿ ਕੈਬਨਿਟ ਦਾ ਰੈਂਕ ਮਿਲ ਜਾਂਦਾ ਜੀ, ਗੱਡੀ ਮਿਲ ਜਾਂਦੀ ਹੈ, ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਇੱਕ ਬੰਗਲਾ ਮਿਲ ਜਾਂਦਾ ਹੈ, ਨਹਿਰੋਂ ਪਾਰ ਬੰਗਲਾ ਪਵਾ ਦੇ ਹਾਣੀਆਂ। ਉਹ ਕਹਿਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਬੀਬੀ ਨੂੰ, ਪਿਆ ਪਿਆ ਐ ਮਿਲ ਜਾਂਦਾ, ਬਣਿਆ ਤਣੇ ਮਿਲ ਜਾਂਦਾ। ਸੋ ਇਸ ਕਰਕੇ ਇੱਧਰ ਮਾਰਾਮਾਰੀ ਜ਼ਿਆਦਾ ਹੁੰਦੀ ਆ। ਤੇ ਜਿਹੜੇ ਹੈਗੇ ਆ ਨਾ ਬਾਜਵਾ ਸਾਹਿਬ ਭਾਊ ਜੀ, ਇਹ ਕਿਤੇ ਨਾ ਕਿਤੇ ਕਹਿ ਲੋ ਕਿ ਅੱਖ ਰੱਖੀ ਬੈਠੇ ਆ ਕਿ ਜਾਂ ਤੇ ਮੈਨੂੰ ਲੀਡਰ ਆਫ ਆਪੋਜੀਸ਼ਨ ਬਣਾ ਦਿੱਤਾ ਜਾਵੇ ਜਾਂ ਪ੍ਰਧਾਨਗੀ ਚ ਦੇ ਦਿੱਤਾ ਜਾਵੇ ਕੁਛ ਨਾ ਕੁਛ। ਸੋ ਇਸ ਕਰਕੇ ਇਹ ਜਿਹੜੀ ਇੱਕ ਦੂਜੇ ਨੂੰ ਪਛਾੜਨ ਦੀ ਖੇਡ ਆ, ਉਹਦੇ ਵਿੱਚ ਕਾਂਗਰਸ ਦੇ ਅੰਦਰ ਕਿਤੇ ਨਾ ਕਿਤੇ ਆਪੋ ਤਾਪ ਹੈ। ਜੀ ਜੀ ਜੀ। ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਵਿੱਚ ਯਾਦਵਿੰਦਰ ਯਾਦਾ ਗ੍ਰਿਫਤਾਰ। ਦੇਖੋ ਇਹਦੀ ਤਫਸੀਲ ਹਾਲੇ ਨਹੀਂ ਆਏਗੀ ਕਿਉਂਕਿ ਇਹਨਾਂ ਨੇ ਅੱਜ ਹੀ ਅਰੈਸਟ ਪਾਈ ਆ ਯਾਦਵਿੰਦਰ ਸਿੰਘ ਯਾਦਾ ਬਾਰੇ। ਇਹ ਥੋੜੀ ਜਿਹੀ ਮਤਲਬ ਕਿ ਨਿਊਜ਼ ਫਲੈਸ਼ ਹੋਈ ਆ, ਜ਼ਿਆਦਾ ਤੰਦਾਂ ਤੇ ਹੁਣ ਜਾਂ ਤੇ ਖੋਲਣੀਆਂ ਪੈਣਗੀਆਂ, ਜੋੜਨੀਆਂ ਪੈਣਗੀਆਂ, ਮਾਮਲੇ ਨੂੰ ਖੋਜਣਾ ਪਵੇਗਾ, ਜਾਂ ਫਿਰ ਪੁਲਿਸ ਕੁਝ ਆਫੀਸ਼ੀਅਲੀ ਤੌਰ ਤੇ ਜਿੱਦਾਂ ਕਹਿ ਲਈਏ ਕਿ ਜਾਣਕਾਰੀ ਦੇਵੇਗੀ ਤੇ ਫਿਰ ਗੱਲ ਬਣਨੀ ਹੈ। ਪਰ ਜਿੰਨਾ ਕੋਈ ਲੱਗਦਾ ਉਹ ਇਹੋ ਆ ਕਿ ਇਹ ਕੁਝ ਗ੍ਰਿਫਤਾਰੀਆਂ ਤੇ ਇਹਨਾਂ ਨੇ ਅੱਗੇ ਪਾਈਆਂ ਸੀਗੀਆਂ ਜੇਲ੍ਹਾਂ ਚੋਂ ਲਿਆ ਕੇ ਬੰਦਿਆਂ ਦੀ, ਤੇ ਉਹਨਾਂ ਨੇ ਮੰਨਿਆ। ਇਹ ਪੁਲਿਸ ਦੀ ਕਹਾਣੀ, ਆਪਾਂ ਕੋਲੋਂ ਇੱਕ ਲਫ਼ਜ਼ ਨਹੀਂ ਕਹਾਂਗੇ, ਮਾਮਲਾ ਸੈਂਸਿਟਿਵ ਹੈ। ਤਾਂ ਇਹਨਾਂ ਨੇ ਜੋ ਪੁਲਿਸ ਨੇ ਕਿਹਾ ਸੀਗਾ ਕਿ ਕੁਝ ਬਾਹਰ ਬੈਠੇ ਬੰਦੇ ਜਿਹੜੇ ਕਿ ਕੌਡੀ ਨਾਲ ਜੁੜੇ ਸਨ ਤੇ ਜਿਨ੍ਹਾਂ ਨੇ ਫੈਡਰੇਸ਼ਨ ਵਗੈਰਾ ਬਣਾ ਰੱਖੀ ਸੀਗੀ, ਮੀਡੀਆ ਨਾਲ ਵੀ ਸ਼ਾਇਦ ਉਹਨਾਂ ਚੋਂ ਇੱਕ ਜੁੜਿਆ ਸੀਗਾ, ਕੋਈ ਢਿੱਲੋਂ ਕੋਈ ਸਰੋਵਰ ਢਿੱਲੋਂ, ਕੋਈ ਸਨੋਵਰ ਢਿੱਲੋਂ, ਮੈਨੂੰ ਨਾਮ ਭੁੱਲ ਗਿਆ। ਪੁਲਿਸ ਦੀ ਇਹ ਕਹਾਣੀ ਦੇ ਮੁਤਾਬਕ ਨਾਮ ਆਇਆ ਸੀ। 2 ਜਣੇ ਕੈਨੇਡਾ ਤੋਂ, ਇੱਕ ਮਲੇਸ਼ੀਆ ਤੋਂ, ਕਿ ਇਹਨਾਂ ਨੇ ਸਾਰੀ ਗੋਂਦ ਗੁੰਦੀ। ਫਿਰ ਜੇਲ੍ਹ ਦੇ ਵਿੱਚ ਜਿਹੜੇ ਬੰਦੇ ਬੈਠੇ ਸਨ ਜਿਨ੍ਹਾਂ ਦੀ ਅਰੈਸਟ ਪਈ ਆ, ਇਹਨਾਂ ਦੇ ਨਾਲ ਤਾਲਮੇਲ ਕੀਤਾ। ਉਸ ਤੋਂ ਬਾਅਦ ਫਿਰ ਸ਼ੂਟਰ ਹਾਇਰ ਕੀਤੇ ਗਏ। ਹੁਣ ਜਿਹੜੀ ਇਹ ਗ੍ਰਿਫਤਾਰੀ ਪਈ ਆ, ਮਤਲਬ ਕਿ ਹੁਣ ਮੈਂ ਤੁਹਾਨੂੰ ਜਿੱਦਾਂ ਕਹਿ ਲਈਏ ਕਿ ਹੁਣ ਮੈਂ ਕਿਵੇਂ ਸਮਝਾਵਾਂ, ਇੱਕ ਵੱਖਰਾ ਸਮਝਣ ਦਾ ਨਜ਼ਰੀਆ ਹੁੰਦਾ ਹੈ ਕ੍ਰਾਈਮ ਦੀ ਦੁਨੀਆ 'ਚ, ਕਿ ਕਿਸੇ ਬੰਦੇ ਨੇ, ਪੁਲਿਸ ਦੀ ਕਹਾਣੀ ਜਿਹੜੀ ਕਿ ਕਥਿਤ ਤੌਰ ਤੇ ਆ, ਪੁਲਿਸ ਦੀ ਕਹਾਣੀ ਦੇ ਮੁਤਾਬਕ ਕਿਸੇ ਨੇ ਕਿਸੇ ਨੂੰ ਮਰਵਾਉਣ ਦੀ ਯੋਜਨਾ ਮਿੱਥੀ, ਫਿਰ ਉਸ ਤੋਂ ਬਾਅਦ ਨਾਲ ਬੰਦੇ ਗੰਢੇ ਤੇ ਉਹਨਾਂ ਬੰਦਿਆਂ ਨੇ ਅਗਾਂਹ ਫਿਰ ਸ਼ੂਟਰ ਜਿਹੜੇ ਕੱਲੇ ਆ, ਏਦਾਂ ਕੜੀ ਜੁੜਦੀ ਹੈ ਇਸ ਸਾਰੇ ਘਟਨਾਕ੍ਰਮ ਦੀ ਪੁਲਿਸ ਦੀ ਕਹਾਣੀ ਦੇ ਮੁਤਾਬਕ। ਹੁਣ ਮਸਲਾ ਤੇ ਇਹ ਹੈ ਕਿ ਜਿਹੜੀ ਗ੍ਰਿਫਤਾਰੀ ਹੋਈ ਹੈ, ਇਹਦਾ ਮਤਲਬ ਇਹ ਹੈ ਕਿਉਂਕਿ ਜਿਹੜੇ ਬਾਹਰ ਬੈਠੇ ਬੰਦੇ ਉਹ ਤੇ ਤੁਹਾਡੇ ਕੋਲ ਹੈ ਹੀ ਨਹੀਂ, ਇਹ ਤਾਂ ਹੈ ਨਹੀਂ ਕਿ ਉਹਨਾਂ ਨੇ ਕੋਈ ਬਿਆਨ ਦਿੱਤਾ। ਇਹਦਾ ਮਤਲਬ ਇਹ ਆ ਕਿ ਜਿਹੜੀ ਪਹਿਲਾਂ ਅਰੈਸਟ ਹੋਈ ਆ ਬੰਦਿਆਂ ਦੀ, ਉਹਦੇ ਵਿੱਚ ਹੀ ਕਿਤੇ ਨਾ ਕਿਤੇ ਕੋਈ ਇਹਨਾਂ ਨੂੰ ਕਲੂ ਮਿਲਿਆ ਤੇ ਫਿਰ ਉਹਦੇ ਤੋਂ ਇਹ ਇਹਨਾਂ ਨੇ ਗ੍ਰਿਫਤਾਰੀ ਕੀਤੀ ਆ। ਪਰ ਇੱਕ ਮਿੱਤਰ ਦੱਸ ਰਹੇ ਸੀਗੇ ਕਿ ਜਿਹੜੀ ਇਹ ਗ੍ਰਿਫਤਾਰੀ ਹੋਈ ਹੈ, ਦਰਅਸਲ ਇਹ ਇੱਕ ਬੰਦਾ ਹੈ ਜਿਹੜਾ ਇਹਨਾਂ ਗ੍ਰਿਫਤਾਰੀਆਂ ਦੇ ਵਿੱਚ ਹੀ ਹੈ, ਜੇਲ੍ਹ ਦੇ ਵਿੱਚ ਹੀ ਆ, ਕੋਈ ਸਿਮਰ ਆ। ਇਹ ਉਹਦਾ, ਹਾਂਜੀ ਸ਼ਾਇਦ ਉਹਦਾ ਬ੍ਰਦਰ ਇਨ ਲਾਅ ਹੈ ਜਿਹੜਾ ਅਰੈਸਟ ਹੋਇਆ, ਬ੍ਰਦਰ ਇਨ ਲਾਅ ਹੈ। ਤੇ ਇਹ ਬੇਸਿਕਲੀ ਯੂਪੀ ਦਾ ਹੈ, ਯੂਪੀ ਚੋਂ ਅਰੈਸਟ ਹੋਈ ਹੈ। ਤੇ ਇਹਦਾ ਮਤਲਬ ਕਿ ਹੁਣ ਇਹ ਹੀ ਹੋ ਸਕਦਾ ਇਹਦਾ ਰੋਲ ਕਿ ਇਹਨੇ ਉਹ ਜਿਹੜੇ ਸ਼ੂਟਰ ਆ ਕਥਿਤ ਤੌਰ ਤੇ ਕੋਈ ਮਤਲਬ ਕਿ ਕੁਝ ਕੀਤੀ ਹੋਵੇ, ਰੇਕੀ ਕੀਤੀ ਹੋਵੇ ਜਾਂ ਉਹਨਾਂ ਦਾ ਸਾਥ ਦਿੱਤਾ ਹੋਵੇ। ਸੋ ਇਸ ਤਰ੍ਹਾਂ ਤੰਦਾਂ ਦੀਆਂ ਜੁੜਦੀਆਂ ਨੇ। ਆਫੀਸ਼ੀਅਲੀ ਹਾਲੇ ਕੁਝ ਵੱਡੀ ਜਾਣਕਾਰੀ ਨਹੀਂ ਹੈ, ਜੋ ਆਪਾਂ ਕਹਿ ਲਈਏ ਕਿ ਪੁਲਿਸ ਨੇ ਆਪ ਪੀਸੀ ਕਰਕੇ ਦਿੱਤੀ ਹੈ ਜਾਣਕਾਰੀ ਕਿ ਅਰੈਸਟ ਜਿਹੜੀ ਆ ਕਿਸ ਰੋਲ ਵਾਸਤੇ ਹੋਈ ਹੈ, ਕਿੱਥੋਂ ਹੋਈ ਹੈ। ਪਰ ਜਿੰਨੀ ਕੁ ਬੇਸਿਕ ਇਨਫੋਰਮੇਸ਼ਨ ਮਿਲੀ ਆ ਉਹ ਇਹੋ ਆ ਕਿ ਇਹ ਬੰਦਾ ਇੱਥੋਂ ਦਾ ਨਹੀਂ ਹੈ, ਪੰਜਾਬ ਦਾ ਨਹੀਂ ਹੈ, ਇਹ ਯੂਪੀ ਦਾ। ਹੁਣ ਇਹਨੇ ਕੀ ਕੁਝ ਮੁਹੱਈਆ ਕਰਵਾਇਆ, ਗੱਡੀ ਮੁਹੱਈਆ ਕਰਵਾਈ ਆ, ਹਥਿਆਰ ਮੁਹੱਈਆ ਕਰਵਾਏ ਆ, ਰੇਕੀ ਕਰਵਾਈ ਆ, ਕੋਈ ਟਿਕਾਣਾ ਪ੍ਰੋਵਾਈਡ ਕਰਵਾਇਆ,
ਕੋਈ ਹੋਰ ਕਿਸੇ ਕਿਸਮ ਦਾ ਸਾਥ ਦਿੱਤਾ, ਇਹ ਤੇ ਬਾਈ ਪੁਲਿਸ ਹੀ ਜਿਹੜੀ ਆ ਖੁਲਾਸਾ ਕਰ ਸਕਦੀ ਹੈ, ਪਰ ਕੜੀ ਕੁਝ ਇਸ ਤਰ੍ਹਾਂ ਹੀ ਜੁੜਦੀ ਨਜ਼ਰ ਆ ਰਹੀ। ਜੀ, ਇੱਕ ਨਿਊਜ਼ ਰਿਪੋਰਟ ਦੇ ਮੁਤਾਬਕ ਇਹੀ ਜਿਹੜਾ ਆਖਿਆ ਜਾ ਰਿਹਾ ਵੀ ਰੈਕੀ ਕਰਵਾਉਣ ਦਾ, ਅੰਮ੍ਰਿਤਸਰ 'ਚ ਰਿਹਾਇਸ਼ ਦਾ ਪ੍ਰਬੰਧ ਕਰਾਉਣ ਦਾ ਤੇ ਸ਼ੂਟਰਾਂ ਨੂੰ ਹਥਿਆਰ ਬਰਾਮਦ ਕਰਾਉਣ ਤੇ ਵਾਰਦਾਤ ਤੋਂ ਭੱਜਣ ਲਈ ਗੱਡੀ ਮੁਹੱਈਆ ਕਰਾਉਣ ਦੇ ਲਈ ਜਿਹੜੀ ਉਹ ਕਰਵਾਈਏ। ਪੁਲਿਸ ਦੇ ਮੁਤਾਬਕ ਇਹ ਆ ਵੀ ਸਿਮਰਜੀਤ ਜਿਹੜਾ ਜੁਝਾਰ, ਸਿਮਰਜੀਤ ਸਿੰਘ ਜੁਝਾਰ ਆ, ਜਿਹਦੇ ਰਿਸ਼ਤੇਦਾਰ ਆ ਯਾਦਵਿੰਦਰ, ਉਹਦੇ ਉਹ ਜਿਹੜੇ ਕੈਨੇਡਾ ਵਾਲੇ, ਉਹਨਾਂ ਦੇ ਕਹਿਣ ਤੇ ਇਹ ਸਾਰਾ ਕੁਛ ਨਹੀਂ ਸਾਫ਼ ਹੈ। ਫਿਰ ਦੇਖੋ ਇਹਦੇ ਚ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇੱਕ ਅੰਦਾਜ਼ਾ ਵੀ ਲਾ ਲਓਗੇ ਤੁਸੀਂ ਤਾਂ, ਕਿਉਂਕਿ ਰੌਲਾ ਹੈ ਕਿ ਸ਼ੂਟਰ ਨਹੀਂ ਫੜੇ ਗਏ। ਕਹਾਣੀ ਨੂੰ ਸਮਝੋ ਨਾ ਥੋੜਾ, ਕਿ ਜਿਨ੍ਹਾਂ ਬੰਦਿਆਂ ਨੇ ਸ਼ੂਟ ਕੀਤਾ ਉਹ ਨਹੀਂ ਫੜੇ ਗਏ। ਇਹ ਉਹ ਬੰਦੇ ਨੇ ਜਿਹੜੇ ਪਹਿਲਾਂ ਕੜੀਆਂ ਜੋੜ ਕੇ ਫੜੇ ਗਏ ਕਿ ਇਹਨਾਂ ਨੇ ਕੰਮ ਕਰਵਾਇਆ ਹੈ। ਤਾਂ ਹੁਣ ਜ਼ਾਰਾ ਜੀ ਗੱਲ ਹੈ ਕਿ ਜਿਹੜੇ ਬੰਦੇ ਜੇਲ੍ਹ 'ਚ ਬੈਠੇ ਉਹ ਥੋੜੀ ਸ਼ੂਟ ਕਰਨ ਆਏ ਹੋਣਗੇ। ਤੇ ਜੇ ਕੋਈ ਸ਼ੂਟ ਕਰਨ ਆਇਆ ਹੈ ਤਾਂ ਉਹਨੂੰ ਟਾਰਗੇਟ ਦਿਖਾਉਣ ਵਾਸਤੇ ਜਾਂ ਰਸਤਾ ਦਿਖਾਉਣ ਵਾਸਤੇ ਜ਼ਾਰਾ ਜੀ ਗੱਲ ਹੈ ਕੋਈ ਬੰਦਾ ਕੰਮ ਕਰ ਰਿਹਾ ਹੋਗਾ। ਪੁਲਿਸ ਇਹਨਾਂ ਥਿਊਰੀਆਂ ਤੇ ਕੰਮ ਕਰਦੀ ਹੈ ਕਿ ਕੋਈ ਨਾ ਕੋਈ ਸ਼ੂਟਰ ਨੂੰ, ਹੁਣ ਮੰਨ ਲਓ ਆਪਾਂ ਹਾਇਰ ਕੀਤਾ, ਕੋਈ ਫਰਜ਼ ਕਰੋ ਕੋਈ ਵੀ ਬੰਦਾ ਹਾਇਰ ਕੀਤਾ ਯੂਪੀ ਦਾ ਕਿ ਫਲਾਣੀ ਥਾਂ ਤੇ ਆ ਤੂੰ ਕੰਮ ਕਰਨਾ, ਕੁਝ ਵੀ 1 ਨੰਬਰ ਦਾ ਜਾਂ 2 ਨੰਬਰ ਦਾ, ਉਹਨੂੰ ਤਾਂ ਉਸ ਇਲਾਕੇ ਦਾ ਹੀ ਨਹੀਂ ਪਤਾ ਹੋਏਗਾ। ਤਾਂ ਉੱਥੋਂ ਇੱਕ ਬੰਦਾ ਜਾਂ ਤਾਂ ਆਪ ਪੱਟਣਗੇ ਜਾਂ ਬੰਦਾ ਮੁਹੱਈਆ ਕਰਵਾਏਗਾ ਕਿ ਲੈ ਭਾਈ ਆਹ ਕੰਮ ਤੈਨੂੰ ਸਾਰਾ ਕੁਝ ਇਹ ਦੱਸ ਦੇਗਾ। ਸੋ ਜ਼ਾਰਾ ਜੀ ਗੱਲ ਆ, ਇਹ ਤੇ ਸਮਝਣ ਦੇ ਵਿੱਚ ਮੇਰੇ ਖਿਆਲ ਦੇ ਨਾਲ ਕੋਈ ਉਹ ਜ਼ਿਆਦਾ ਮੁਸ਼ਕਲ ਨਹੀਂ ਹੈ ਕਿ ਅਸਲ 'ਚ ਇਹ ਜਿਹੜੀ ਗ੍ਰਿਫਤਾਰੀ ਹੋਈ ਆ ਇਸੇ ਪੱਖ ਤੋਂ ਹੋਈ ਹੈ। ਗ੍ਰਿਫਤਾਰੀਆਂ ਹੋਰ ਵੀ ਹੋਈਆਂ ਨੇ ਸਾਡੀ ਜਾਣਕਾਰੀ ਦੇ ਮੁਤਾਬਕ, ਪੁਲਿਸ ਬਹੁਤ ਜਲਦੀ ਖੁਲਾਸਾ ਕਰੇਗੀ। ਗ੍ਰਿਫਤਾਰੀਆਂ ਇਹਨਾਂ ਨੇ ਖਾਸੀਆਂ ਕਰ ਰੱਖੀਆਂ ਨੇ ਪੰਜਾਬ ਜੀ ਜੀ। ਅਗਲੀ ਗੱਲ ਕਰੀਏ, ਟੋਲ ਦਰਾਂ ਵਧਾਉਣ ਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਚੇਤਾਵਨੀ, ਸੰਘਰਸ਼ ਦੀ ਤਿਆਰੀ। ਕੁਝ ਦਿਨ ਪਹਿਲਾਂ ਗਡਕਰੀ ਇਹ ਨਹੀਂ ਸੀ ਕਹਿੰਦਾ 60 ਕਿਲੋਮੀਟਰ ਦੇ ਵਿੱਚ ਟੋਲ ਨਹੀਂ ਹੋਣਗੇ, ਸੋ ਉਹ ਇਸ ਤਰੀਕੇ ਦੇ ਨਾਲ ਪੂਰੇ ਕਰਨੇ ਆ। ਹਾਂਜੀ ਦੇਖੋ ਗੱਲ ਇਹ ਹੈ ਕਿ ਉਹ 60 ਕਿਲੋਮੀਟਰ ਵਾਲਾ ਤਾਂ ਪਤਾ ਨਹੀਂ ਹੁਣ ਕੀ ਹੋਏਗਾ, ਰੇਸ ਕਦੋਂ ਨਿਬੜਦਾ ਹੈ, ਕਦੋਂ ਸਾਰਾ ਕੁਝ ਕਰਦੇ ਆ। ਪਰੰਤੂ ਟੋਲ ਦੀਆਂ ਦਰਾਂ ਜਿਹੜੀਆਂ ਉਹ 1 ਅਪ੍ਰੈਲ ਤੋਂ ਲਾਗੂ ਹੋ ਜਾਣਗੀਆਂ। ਵੈਸੇ ਤਾਂ ਇਹਨਾਂ ਨੇ ਟੋਲ ਸਾਰੇ ਹੀ ਚੱਕਦੇ ਨੇ ਆ, GPS ਸਿਸਟਮ ਆ ਜਾਏਗਾ ਕਾਰਾਂ ਦੇ ਵਿੱਚ, ਜਦੋਂ ਆਏਗਾ ਉਹਦੇ ਤੇ ਆਪਾਂ ਗੱਲ ਕਰ ਲਵਾਂਗੇ। ਉਹਦੇ ਤੇ ਵੀ ਕਾਫੀ ਇੱਥੇ ਬਹਿਸ ਚੱਲੇਗੀ ਇੰਡੀਆ 'ਚ ਮੇਰੇ ਖਿਆਲ ਦੇ ਨਾਲ, ਉਹਦਾ ਵੀ ਵਿਰੋਧ ਵਗੈਰਾ ਹੋਏਗਾ। ਪਰੰਤੂ ਹੁਣ ਜਿਹੜੀਆਂ ਟੋਲ ਦੀਆਂ ਦਰਾਂ ਨੇ ਉਹ ਇਹਨਾਂ ਨੇ ਯਕਦਮ ਚੱਕ ਦਿੱਤੀਆਂ। ਲਾ ਲਓ ਕਿ ਜਿਵੇਂ ਕੋਈ ਆਮ ਜਿੱਦਾਂ ਛੋਟਾ ਵਹੀਕਲ ਆ ਉਹਨੂੰ 5 ਤੋਂ 10 ਰੁਪਏ ਵੱਧ ਦੇਣੇ ਪੈਣਗੇ, ਜੇ ਕੋਈ ਵੱਡਾ ਵਹੀਕਲ ਆ ਤੇ ਉਹਨੂੰ ਹੋ ਸਕਦਾ ਇਸ ਤੋਂ ਵੀ ਵੱਧ ਦੇਣੇ ਪੈਣ। 11 ਜਿਹੜੇ ਨੈਸ਼ਨਲ ਹਾਈਵੇਜ਼ ਤੇ ਇਹ ਟੋਲ ਹੈਗੇ ਆ, ਇਹਨਾਂ ਦੇ ਵਿੱਚ ਇਹ ਸਾਰਾ ਕੁਝ ਇਜ਼ਾਫਾ ਜਿਹੜਾ ਉਹ ਲਾਗੂ ਹੋ ਜਾਏਗਾ। ਤਾਂ ਕਿਸਾਨ ਜਥੇਬੰਦੀਆਂ ਨਹੀਂ ਚਾਹੁੰਦੀਆਂ ਕਿ ਇਹ ਦਰਾਂ ਜਿਹੜੀਆਂ ਉਹ ਵਧਾ ਕੇ ਲਾਗੂ ਕੀਤੀਆਂ ਜਾਣ। ਤਾਂ ਮੇਰੇ ਖਿਆਲ ਦੇ ਨਾਲ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਰੋਧ ਹੀ ਹੋ ਸਕਦਾ, ਹੋਰ ਕੀ ਹੈ। ਹਾਲਾਂਕਿ ਕੋਈ ਪ੍ਰੋਗਰਾਮ ਤੇ ਨਹੀਂ ਦਿੱਤਾ ਜਥੇਬੰਦੀਆਂ ਨੇ, ਪਰ ਮੇਰਾ ਤਾਂ ਆਪ ਮੰਨਣਾ ਹੈ ਕਿ ਟੋਲ ਪਹਿਲਾਂ ਹੀ ਬਹੁਤ ਜ਼ਿਆਦਾ, ਹਾਲਾਂਕਿ ਟੋਲ ਵਾਲਿਆਂ ਨੂੰ ਵੀ ਲਾਸ ਹੋਇਆ, ਆਪਾਂ ਨੂੰ ਪਤਾ, 1.5 ਸਾਲ ਬੰਦ ਰਹੀ ਹੈ ਉਹਨਾਂ ਦੀ ਉਗਰਾਈ, ਪਰ ਹੁਣ ਇਹ ਥੋੜੀ ਮਾਰਨਾ ਹੈ। ਹੁਣ ਜਿੱਦਾਂ ਜੇ ਸਾਡੇ ਪਿੰਡੋਂ ਚੰਡੀਗੜ੍ਹ ਨੂੰ ਜਾਈਏ, ਹਜ਼ੂਰ 6 ਟੋਲ ਨੇ, ਸਿੱਧਾ ਸਾਵਾਂ ਤੁਸੀਂ 600 ਰੁਪਇਆ ਕੱਢ ਕੇ ਰੱਖ ਲਓ ਸਾਈਡ ਤੇ, ਜੇ ਕਾਰ ਤੇ ਜਾਣਾ ਤੁਸੀਂ 600-700 ਰੁਪਇਆ, ਮੇਰੇ ਖਿਆਲ ਦੇ ਨਾਲ 700 ਦੇ ਉੱਤੇ ਹੀ ਜਾਊਗਾ, ਉਹ ਤੁਸੀਂ ਕੱਢ ਕੇ ਸਾਈਡ ਤੇ ਰੱਖ ਲਓ। ਤੇ ਜਿਹੜਾ ਤੇਲ ਹੈ ਤੁਹਾਡਾ ਉਹ 2000 ਦਾ ਤੇਲ ਲੱਗੇਗਾ, ਮਤਲਬ ਕਿ ਇੱਕ ਹਿੱਸਾ ਟੋਲ ਦਾ ਤੁਹਾਨੂੰ ਦੇਣਾ ਪਵੇਗਾ। ਹੁਣ ਇਹੀ ਹਾਲ ਹੈ ਜਿਵੇਂ ਗਿੱਦੜਬਾਹਾ ਤੋਂ ਇੱਕ ਗਾਂ ਟੋਲ ਲਾ ਰੱਖਿਆ ਇਹਨਾਂ ਨੇ, ਮੇਰੇ ਖਿਆਲ ਦੇ ਨਾਲ 10 ਕਿਲੋਮੀਟਰ ਦੂਰ ਹੈ ਗਿੱਦੜਬਾਹ ਤੋਂ, ਪਰ ਜੇ ਕਿਸੇ ਗਿੱਦੜਬਾਹ ਦੇ ਬੰਦੇ ਨੇ ਉੱਥੋਂ ਲੰਘਣਾ ਉਹਨੂੰ 40-50 ਰੁਪਏ ਦੇਣੇ ਪੈਣਗੇ, 40-50 ਰੁਪਏ ਦੇਣੇ ਪੈਣਗੇ। ਜੇ ਉਹ ਵਾਪਸ ਆਏਗਾ ਤਾਂ ਉਹਦੇ ਮੇਰੇ ਖਿਆਲ ਦੇ ਨਾਲ ਆਉਣ ਜਾਣ ਦੇ 60-70 ਲੱਗ ਜਾਣਗੇ। ਹੁਣ ਤਾਂ ਮੰਨ ਲਓ ਜੇ ਬਠਿੰਡੇ ਵੀ ਜਾਣਾ ਉਹਨੇ, ਗਿੱਦੜਬਾਹ ਤੋਂ ਬਠਿੰਡਾ ਜਿਹੜਾ ਕੋਈ ਲਾ ਲਓ ਕੋਈ 20-25 ਕਿਲੋਮੀਟਰ ਹੋਊਗਾ, 25-30 ਕਿਲੋਮੀਟਰ ਹੋਊਗਾ, ਤਾਂ ਉਹਨੂੰ ਕਿੰਨੇ ਚ ਪੈ ਗਿਆ। ਸੋ ਇਸ ਕਰਕੇ ਉਹ 60 ਕਿਲੋਮੀਟਰ ਵਾਲਾ ਤੇ ਪਤਾ ਨਹੀਂ ਕਦੋਂ ਫਾਰਮੂਲਾ ਲਾਗੂ ਹੋਏਗਾ, ਪਰ ਇਸ ਤਰ੍ਹਾਂ ਜੇਬਾਂ ਤੇ ਲੁੱਟ ਜ਼ਰੂਰ ਪੈ ਰਹੀ ਹੈ, ਜੇਬਾਂ ਤੇ ਡਾਕਾ ਜ਼ਰੂਰ ਪੈ ਰਿਹਾ ਕਿ ਉਧਰੋਂ ਤੇਲਾਂ ਚ, ਜਾਨੀ ਚਾਹੇ ਉਹ ਪੈਟਰੋਲ ਹੈ, ਚਾਹੇ ਡੀਜ਼ਲ ਹੈ, ਤੇ ਚਾਹੇ ਆ ਜਿਹੜਾ ਅਸੀਂ ਕੁਕਿੰਗ ਆਇਲ ਯੂਜ਼ ਕਰਦੇ ਹਾਂ, ਇਹਨਾਂ ਚ ਇਜ਼ਾਫਾ ਹੋ ਰਿਹਾ, ਤੇ ਦੂਸਰੇ ਪਾਸੇ ਇਧਰੋਂ ਇਹੋ ਜਿਹੀਆਂ ਦਰਾਂ ਚ ਇਜ਼ਾਫਾ ਹੋ ਰਿਹਾ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ। ਦੇਖੋ ਇਹਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਤੇ ਇਹ ਦਿੱਤਾ ਆ ਕਿ ਸੁਣਵਾਈ ਅੱਗੇ ਪਾ ਦਿੱਤੀ ਹੈ। ਮੇਰੇ ਖਿਆਲ ਦੇ ਨਾਲ ਹੁਣ ਕੁਝ ਦਿਨਾਂ ਦੇ ਵਿੱਚ ਸੁਣਵਾਈ ਜਿਹੜੀ ਆ ਦੁਬਾਰਾ ਹੋਏਗੀ 4 ਅਪ੍ਰੈਲ ਨੂੰ, ਮੇਰੇ ਖਿਆਲ ਦੇ ਨਾਲ। ਅੱਜ ਇੰਡੀਆ 'ਚ 30 ਤਰੀਕ ਆ,
5 ਕੁ ਦਿਨ ਤੱਕ ਮੇਰੇ ਖਿਆਲ ਦੇ ਨਾਲ 100 ਮੰਗਲਵਾਰ ਬਣੇਗਾ, ਤਾਂ ਉਦੋਂ ਇਹ ਸੁਣਵਾਈ ਦੁਬਾਰਾ ਹੋਏਗੀ। ਸੁਪਰੀਮ ਕੋਰਟ ਦਾ ਹੀ ਉਹ ਫੈਸਲਾ ਆਪਾਂ ਵਕਤੀ ਤੌਰ ਤੇ ਕਹਿ ਸਕਦੇ ਹਾਂ। ਪਰ ਇਹਦੇ 'ਚ ਇੱਕ ਚੀਜ਼ ਜਿਹੜੀ ਹੈ ਨਾ ਉਹ ਵੇਖਣ ਵਾਲੀ ਹੈ ਕਿ ਜਿਹੜੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਮੇਟੀ ਬਣੀ ਸੀਗੀ ਸਾਬਕਾ ਜੱਜਾਂ ਦੀ, ਉਹਨੇ ਕਹਿ ਦਿੱਤਾ ਸੁਪਰੀਮ ਕੋਰਟ ਨੂੰ ਕਿ ਇਹ ਆਸ਼ੀਸ਼ ਮਿਸ਼ਰਾ ਦੀ ਜਿਹੜੀ ਜ਼ਮਾਨਤ ਹਾਈ ਕੋਰਟ ਨੇ ਦਿੱਤੀ ਆ ਇਹ ਰੱਦ ਹੋਣੀ ਚਾਹੀਦੀ। ਇਹ ਬੜੀ ਵੱਡੀ ਗੱਲ ਆ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟਰਨਿੰਗ ਪੁਆਇੰਟ ਆ ਕਿ ਜਿਸ ਕਮੇਟੀ ਨੂੰ ਸੁਪਰੀਮ ਕੋਰਟ ਨੇ ਗਠਿਤ ਕੀਤਾ ਹੈ ਉਹੀ ਕਮੇਟੀ ਮੰਨਦੀ ਹੈ ਕਿ ਆਸ਼ੀਸ਼ ਮਿਸ਼ਰਾ ਦੀ ਬੇਲ ਜਿਹੜੀ ਆ ਉਹ ਗਲਤ ਆ ਤੇ ਉਹ ਬੇਲ ਜਿਹੜੀ ਕੈਂਸਲ ਹੋਣੀ ਚਾਹੀਦੀ ਹੈ। ਸੋ ਇਹ ਅੱਜ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੁਣਵਾਈ ਦੀ ਅਹਿਮ ਗੱਲ ਆ। ਹਾਲਾਂਕਿ ਉਸ ਤੋਂ ਬਾਅਦ ਹੁਣ ਕੀ ਹੁੰਦਾ 4 ਨੂੰ ਉਹ ਤੇ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਮਾਮਲਾ ਜਿਹੜਾ ਉਹ ਜੁਡੀਸ਼ਰੀ ਦੇ ਨਾਲ ਜੁੜਿਆ, ਪਰ ਇਹ ਮੇਰੇ ਖਿਆਲ ਦੇ ਨਾਲ ਬਹੁਤ ਵੱਡਾ ਝਟਕਾ ਹੋਏਗਾ ਆਸ਼ੀਸ਼ ਮਿਸ਼ਰਾ ਵਾਸਤੇ ਜੇ ਮੰਨ ਲਓ ਇਸ ਸਲਾਹ ਨੂੰ ਕੰਸੀਡਰ ਕਰ ਲਿਆ ਜਾਂਦਾ। ਜੋ ਕੰਸੀਡਰ ਕਰਦੇ ਨੇ ਤਾਂ ਫਿਰ ਬਹੁਤ ਵਿਪਤਾ ਵੱਡੀ ਹੋ ਜਾਏਗੀ। ਜੀ ਜੀ ਤੇ ਸ਼ੁਕਰੀਆ ਮਿੰਟੂ ਜੀ, ਬਹੁਤ ਧੰਨਵਾਦ। ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਈਏ, ਆਉਂਦੀ 1 ਤਰੀਕ ਤੋਂ ਆਉਂਦੇ ਸ਼ੁੱਕਰਵਾਰ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦਾ ਸਮਾਂ ਜਿਹੜਾ ਉਹ ਤਬਦੀਲ ਆ 8 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਸਵੇਰੇ 8 ਵਜੇ ਆ ਉਹ ਸ਼ੁਰੂ ਹੋਇਆ ਕਰੇਗਾ। ਬਹੁਤ ਧੰਨਵਾਦ ਮਿੰਟੂ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਤੇ ਸਰੋਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।